ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਮੰਗਲਵਾਰ ਦਾ ਦਿਨ, ਤਰੀਕ ਹੈਗੀ ਹੈ ਜੀ 18 ਜੂਨ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 4082722500 4082722500। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ ਤੋਂ ਗੁਰਪਾਲ ਸਿੰਘ ਸੰਧੂ ਐਂਟੀਲੋਪ ਤੋਂ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਗੁਰਜੋਤ ਗਿੱਲ, ਤਾਰਾ ਸਿੰਘ ਮਰਾਹਰ ਸਾਰੇ ਜਾਣੇ ਕਲੋਵਿਸ ਤੋਂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਸਾਰੇ ਜਾਣੇ ਬੇਕਰਸਫੀਲਡ ਤੋਂ, ਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦਾ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ ਦੇ ਵਿੱਚ ਲੋਕੇਸ਼ਨਸ ਨੇ। ਕਾਲ ਨਿਮਾ ਸਹੋਤਾ 209-277-0113 ਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਬਿਹਾਰ ਦੇ ਵਿੱਚ ਗਰਮੀ ਅਤੇ ਬੁਖਾਰ ਦਾ ਕਹਿਰ ਜਾਰੀ, ਸੈਂਕੜੇ ਮੌਤਾਂ ਹੋਈਆਂ। ਬਿਲਕੁਲ, ਉੱਥੇ ਦੋਹਰੀ ਮਾਰ ਪੈਣ ਰਹੀ ਆ। ਇੱਕ ਤੇ ਇਹ ਆ ਕਿ ਗਰਮੀ ਦੇ ਉੱਥੇ ਵੱਟ ਕੱਢੇ ਪਏ। ਵੈਸੇ ਤੇ ਪੂਰੇ ਇੰਡੀਆ 'ਚ ਕੁਛ ਰਾਜ ਹੀ ਹੋਣੇ ਆ ਜਿਹੜੇ ਇਸ ਤੀਖਣ ਗਰਮੀ ਤੋਂ ਬਚੇ ਆ, ਨਹੀਂ ਤੇ ਬਹੁਤੇ ਦੀ ਚਪੇਟ ਦੇ ਵਿੱਚ ਇਹਦੇ ਵਲੇਟੇ ਜਾਏ ਪਏ। ਪੰਜਾਬ ਉਹਨਾਂ 'ਚੋਂ ਇੱਕ ਆ, ਪਰ ਕਿਉਂਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਵੱਖਰਾ ਕੰਮ ਆ, ਥੋੜੇ ਜਿਹੇ ਸਾਧਨ ਹੈਗੇ ਆ ਲੋਕਾਂ ਕੋਲ। ਬਿਹਾਰ ਵਰਗੇ ਸੂਬੇ ਦੇ ਵਿੱਚ ਸਰਵਾਈਵ ਕਰਨਾ ਬੜਾ ਔਖਾ ਹੋ ਜਾਂਦਾ ਫਿਰ ਇਸ ਗਰਮੀ ਦੇ ਵਿੱਚ, ਜਿਹਨੂੰ ਆਪਾਂ ਤਪ ਦਾ ਤੰਦੂਰ ਕਹਿ ਸਕਦੇ ਹਾਂ ਜਾਂ ਤਪ ਦੀ ਭੱਟੀ ਕਹਿ ਸਕਦੇ ਹਾਂ। ਤਾਂ ਉੱਥੇ ਦੂਰੀ ਮਾਰ ਇਹ ਆ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ 250-300 ਬੰਦਾ ਤੇ ਆ ਜਿਹੜਾ ਉਹ ਲੋ ਲੱਗਣ ਦੇ ਨਾਲ ਮਰ ਗਿਆ। ਹਿੰਦੀ 'ਚ ਉਹਦਾ ਲੂ ਕਹਿ ਦਿੰਦੇ ਆ। ਤਾਂ ਦੂਜੇ ਪਾਸੇ ਉੱਥੇ ਚੱਕਵੀਂ ਬੁਖਾਰ ਆ, ਉਹ ਇੱਕ ਬਹੁਤ ਨਾਮਰਾਦ ਬਿਮਾਰੀ ਬਣ ਕੇ ਜਵਾਕਾਂ ਨੂੰ ਟੱਕਰਿਆ ਪਿਆ। ਉਹਦੇ ਵਿੱਚ ਕੀ ਆ ਕਿ ਹੁਣ ਤੱਕ ਦੱਸਦੇ ਆ ਕਿ ਇਸ ਬੁਖਾਰ ਨੇ ਵੀ 130-35 ਬੱਚੇ ਆ ਜਿਹੜੇ ਉਹ ਆਪਣੀ ਗੋਦ 'ਚ ਲੈ ਰਹੇ ਆ। ਮੌਤ ਦੀ ਉਹ ਬੁੱਕਲ 'ਚ ਸੌਂ ਗਏ ਆ ਜਾ ਕੇ ਬੱਚੇ। ਪਰ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਪੈਦਾ ਹੋ ਗਈ ਆ ਕਿ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ। ਹਾਲਾਂਕਿ ਇਹਨੂੰ ਨਾਂ ਦਿੱਤਾ ਗਿਆ ਚੱਕਵੀਂ ਬੁਖਾਰ, ਕੁਛ ਦਿਮਾਗੀ ਬੁਖਾਰ ਵੀ ਕਹੀ ਜਾਂਦੇ ਆ, ਪਰ ਪਤਾ ਨਹੀਂ ਲੱਗਣ ਡਿਆ ਕਿ ਅਸਲ ਦੇ ਵਿੱਚ ਇਹ ਕਿਹੜਾ ਬੁਖਾਰ ਵਾ। ਔਰ ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਨਾ ਦਵਾ ਚੱਜ ਨਾਲ ਦਿੱਤੀ ਜਾ ਰਹੀ ਆ, ਨਾ ਇਹ ਜੜ ਤੱਕ ਪਹੁੰਚ ਪਾ ਰਹੇ ਆ। ਸੋ ਉੱਥੋਂ ਅੱਜ ਇਹ ਖਬਰ ਆਈ। ਪਹਿਲਾਂ ਤੇ ਵੈਸੇ ਇਹ ਖਬਰ ਬੜੀ ਦਿਲਚਸਪ ਆਈ ਕਿ ਹਰਸ਼ਵਰਧਨ ਗਿਆ ਸੀਗਾ ਉੱਥੇ, ਤੇ ਉਹਦੇ ਨਾਲ ਜਿਹੜੇ ਹੋਰ ਉੱਥੋਂ ਦੇ ਲੋਕਲ ਸਿਹਤ ਮੰਤਰੀ ਸੀਗੇ ਉਹ ਵੀ ਬੈਠੇ ਸੀਗੇ, ਤੇ ਉੱਥੇ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ। ਮੀਟਿੰਗ ਲਈ ਜਾ ਰਹੀ ਸੀਗੀ ਇਸ ਸੀਰੀਅਸ ਇਸ਼ੂ ਤੇ ਉੱਥੇ ਭਾਰਤ ਪਾਕਿਸਤਾਨ ਦਾ ਮੈਚ ਚੱਲਣ ਡਿਆ ਸੀਗਾ। ਤੇ ਜਿਹੜਾ ਸਟੇਟ ਦਾ ਸਵਾਸਥ ਮੰਤਰੀ ਸੀਗਾ, ਸਿਹਤ ਮੰਤਰੀ ਸੀਗਾ, ਉਹ ਸਕੋਰ ਪੁੱਛਦਾ ਰਿਹਾ ਕਿ ਹੁਣ ਕਿੰਨੇ ਆਊਟ ਹੋ ਗਏ ਆ, ਹੁਣ ਕਿੰਨੇ ਰਨ ਬਣ ਗਏ ਆ। ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਗੁੱਸਾ ਬਣਿਆ। ਫਿਰ ਅੱਜ ਜਦੋਂ ਨਿਤੀਸ਼ ਕੁਮਾਰ ਉੱਥੇ ਗਿਆ ਪਟਨੇ ਦੇ ਵਿੱਚ, ਤੇ ਗੋ ਬੈਕ ਦੇ ਨਾਅਰੇ ਲੱਗੇ ਆ। ਪਰ ਜੋ ਵੀ ਆ, ਚਾਹੇ ਉਹ ਗਰਮੀ ਆ ਚਾਹੇ ਉਹ ਬੁਖਾਰ ਆ, ਵਲੇਟੇ ਦੇ ਵਿੱਚ ਗਰੀਬ ਹੀ ਆਉਂਦਾ। ਤੁਹਾਨੂੰ ਪਤਾ ਹੀ ਆ, ਗਰੀਬਾਂ ਦੇ ਬੱਚੇ ਹੀ ਮਰਦੇ ਆ ਜ਼ਿਆਦਾਤਰ। ਆਪਾਂ ਯੂਪੀ 'ਚ ਵੀ ਦੇਖਿਆ ਕਿਸ ਤਰ੍ਹਾਂ ਆਕਸੀਜਨ ਨੇ ਜਦੋਂ ਕਹਿਰ ਬਰਪਾਇਆ ਸੀਗਾ, ਆਕਸੀਜਨ ਹੀ ਘਟ ਗਈ ਸੀਗੀ, ਆਕਸੀਜਨ ਹੀ ਖਤਮ ਹੋ ਗਈ ਸੀ। ਤਾਂ ਉਦੋਂ ਵੀ ਬਹੁਤਾਤ ਬੱਚੇ ਜਿਹੜੇ ਸੀ ਉਹ ਗਰੀਬਾਂ ਦੇ ਮਰੇ ਆ। ਉਹ ਇਹ ਬੁਖਾਰ ਹੋਵੇ ਚਾਹੇ ਗਰਮੀ ਹੋਵੇ, ਇਹਨੇ ਮਾਰਨਾ ਗਰੀਬ ਨੂੰ ਹੀ ਆ। ਤੇ ਗਰੀਬ ਵੈਸੇ ਵੀ ਤੁਹਾਨੂੰ ਪਤਾ, ਉਹ ਕਿਸੇ ਨੇ ਆਖਿਆ ਨਾ ਕਿ ਯਹਾਂ ਗਰੀਬ ਕੇ ਮਰਨੇ ਕੀ ਜਲਦੀ ਹੁੰਦੀ ਹੈ ਕਿ ਕहीं ਕਫਨ ਮਹਿੰਗਾ ਨਾ ਜਾਏ। ਅਗਰ ਗਰੀਬ ਨੂੰ ਤਾਂ ਮਹਿੰਗਾਈ ਦਾ ਵੀ ਡਰ ਰਹਿੰਦਾ, ਦੂਸਰੀਆਂ ਚੀਜ਼ਾਂ ਵੀ ਉਹਨੂੰ ਜ਼ਿਆਦਾ ਚਿੰਬੜਦੀਆਂ। ਬਹਰਹਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੀ ਵੱਡੀ ਤਾਦਾਦ ਉੱਥੇ ਮੌਤਾਂ ਦੀ ਆ, ਓਨੀ ਵੱਡੀ ਨਾ ਤੇ ਇੱਥੇ ਕਿਸੇ ਦੇ ਮੱਥੇ ਤੇ ਚਿੰਤਾ ਆ, ਤੇ ਨਾ ਹੀ ਮੀਡੀਆ ਦੇ ਵਿੱਚ ਇਹਦੇ ਤੇ ਕੋਈ ਡਿਸਕਸ਼ਨ ਹੈ ਕਿ ਆਖਰਕਾਰ ਗਰੀਬ ਦਾ ਬੱਚਾ ਜਿਹੜਾ ਕਿ ਉਹਨੂੰ ਜਿਉਣ ਦਾ ਹੱਕ ਨਹੀਂ ਹੈਗਾ ਜੇ ਦੁਨੀਆ 'ਚ ਪੈਦਾ ਹੀ ਹੋ ਗਿਆ।
ਜੀ ਜੀ ਬਿਲਕੁਲ। ਜੇ ਹਿੰਦੂ ਮੁਸਲਿਮ ਵਾਲੀ ਗੱਲ ਹੁੰਦੀ ਫਿਰ ਤਾਂ ਬਹੁਤ ਜਲਦੀ ਜਲਦੀ ਇਹਨਾਂ ਦੇ ਜਿਹੜੇ ਨਾਲ ਦੇ ਨਾਲ ਡਿਬੇਟ ਚੱਲਣੇ ਸ਼ੁਰੂ ਹੋ ਜਾਣੇ ਸੀਗੇ। ਅਫਸੋਸ ਵਾਲੀ ਗੱਲ ਆ ਵੀ ਲੋਕ ਵੀ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਵੀ ਭਾਈ ਤੁਸੀਂ ਕੀ ਕਰੀ ਜਾਂਦੇ ਹੋ। ਉਹ ਵੀ ਸਾਰੇ ਜਾਣੇ ਇਹਨਾਂ ਚੀਜ਼ਾਂ ਦੇ ਅੰਦਰ ਹੀ ਆ ਗਏ ਆ ਵੀ ਚਾ ਕੋਈ ਨਹੀਂ ਜੋ ਹੈ ਸੋ ਹੈ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਕਾਂਗਰਸ ਨੇ ਅਧੀਰ ਰੰਜਨ ਨੂੰ ਸੰਸਦੀ ਦਲ ਦਾ ਆਗੂ ਚੁਣਿਆ। ਦੇਖੋ, ਕਾਂਗਰਸ ਦੀ ਮਜਬੂਰੀ ਇਹ ਆ ਕਿ ਉਹਨਾਂ ਨੂੰ ਜਿਹੜੀ ਹਾਰ ਮਿਲੀ ਆ, ਜੋ ਉਹਨਾਂ ਨੂੰ ਡਿਫੀਟ ਮਿਲੀ ਆ, ਉਹ ਉਹਦੇ ਤੋਂ ਉੱਭਰ ਨਹੀਂ ਪਾ ਰਹੇ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਰਾਹੁਲ ਗਾਂਧੀ ਤੇ ਸਾਰੇ ਡੋਰੇ ਸੁੱਟੇ ਹੋਏ ਆ ਕਿ ਰਾਹੁਲ ਗਾਂਧੀ ਹੈ ਜਿਹੜਾ ਉਹ ਆਪ ਹੀ ਫੈਸਲਾ ਲਵੇ। ਰਾਹੁਲ ਗਾਂਧੀ ਖੁਦ ਬਾਰੇ ਫੈਸਲਾ ਲੈਣ ਦੀ ਸਮਰੱਥਾ ਨਹੀਂ ਰੱਖਣ ਡਿਆ ਇਸ ਟਾਈਮ ਕਿ ਉਹ ਖੁਦ ਬਾਰੇ ਫੈਸਲਾ ਲੈ ਲਵੇ ਕਿ ਉਹਨੇ ਕੀ ਕਰਨਾ ਵਾ। ਸੋ ਇਹ ਇਸ ਵੇਲੇ ਇੱਕ ਵੱਡੀ ਖਬਰ ਆ ਕਿ ਇਹਨਾਂ ਨੇ ਅਧੀਰ ਰੰਜਨ ਚੌਧਰੀ ਜਿਹੜਾ ਕਿ ਪੱਛਮ ਬੰਗਾਲ ਦੀ ਮੇਰੇ ਖਿਆਲ ਦੇ ਨਾਲ ਬੇਰਾਮਪੁਰ ਲੋਕ ਸਭਾ ਸੀਟ ਤੋਂ ਆਉਂਦਾ, 5 ਵਾਰੀ ਮੇਰੇ ਖਿਆਲ ਦੇ ਨਾਲ ਉਹ MP ਬਣਿਆ, ਤਾਂ ਉਹਨੂੰ ਇਹਨਾਂ ਨੇ ਸੰਸਦੀ ਦਲ ਦਾ ਨੇਤਾ ਚੁਣ ਲਿਆ ਵਾ। ਤੇ ਕਹਿਣ ਦਾ ਭਾਵ ਇਹੋ ਆ ਕਿ ਸ਼ਾਇਦ ਰਾਹੁਲ ਗਾਂਧੀ ਨੇ ਇਸ ਮੁੱਦੇ ਤੇ ਵੀ ਇਨਕਾਰ ਕਰ ਦਿੱਤਾ ਕਿ ਨਹੀਂ, ਮੈਂ ਨਹੀਂ ਭਾਈ ਵਾਗਡੋਰ ਸਾਹਮਣੇ, ਕਿਉਂਕਿ ਹੋਰ ਨਾਲ ਇਹਨਾਂ ਦੇ ਕੋਲ ਸੀਗੇ। ਜਿੱਦਾਂ ਵੈਸੇ ਜਿਹੜੇ ਚਰਚਾ ਦੇ ਵਿੱਚ ਸੀਗਾ ਮਨੀਸ਼ ਤਿਵਾੜੀ ਜਿਹੜਾ ਆਪਣੇ ਪੰਜਾਬ ਤੋਂ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤਿਆ ਵਾ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਸੀਗਾ, ਕੇ ਸੁਰੇਸ਼ ਸੀਗਾ, ਇਸ ਤੋਂ ਇਲਾਵਾ ਇੱਕ ਹੋਰ ਨਾਂ ਵੀ ਜਿਹੜਾ ਸੀਗਾ ਉਹ ਵੀ ਚਰਚਾ ਦੇ ਵਿੱਚ ਸੀਗਾ। ਪਰ ਮੱਲਿਕਾਰਜੁਨ ਖੜਗੇ ਜਿਹੜਾ ਕਿ ਪਿਛਲੀ ਦਫਾ ਇਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ, ਉਹ ਹਾਰ ਗਿਆ ਸੀਗਾ। ਨਹੀਂ ਤੇ ਉਹ ਵੀ ਬੜੀ ਉਮੀਦ ਸੀਗੀ ਕਿ ਉਹ ਇਹਨਾਂ ਦੀ ਆਵਾਜ਼ ਦੂਰ ਜਿਹੜੀ ਆ ਕਿ ਲੱਗੇ ਸੰਭੂਗਾ ਸੰਸਦ ਚ। ਤੋਂ ਇਸ ਤੋਂ ਬਾਅਦ ਫਿਰ ਇੱਕ ਚਰਚਾ ਚੱਲੀ ਕਿ ਰਾਹੁਲ ਗਾਂਧੀ ਨਹੀਂ ਤੇ ਕੌਣ, ਫਿਰ ਗੁਣੇ ਪੈਂਦੇ ਖੀਰ ਗੁਣਾ ਪੈ ਗਿਆ ਜੀ ਇਹਦੇ ਤੇ ਰੰਜਨ ਤੇ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਦਾ ਹਿਸਾਬ ਕਿਤਾਬ ਇਹੋ ਹੀ ਆ ਕਾਂਗਰਸ ਵਾਲਿਆਂ ਦਾ ਕਿ ਇੱਕ ਸਿਰਫ ਫਾਰਮੈਲਿਟੀ ਆ, ਰਸਮ ਪੂਰਤੀ, ਉਤਸ਼ਾਹ ਕੋਈ ਨਹੀਂ ਹੈ। ਕਿਉਂਕਿ ਪੰਜਾਬ ਦੇ ਵਿੱਚ ਵੀ ਜੇ ਦੇਖੋ ਕਿ ਤੁਸੀਂ ਇਹਨਾਂ ਨੇ ਆਪਣੇ ਤਰਜਮਾਨਾਂ ਨੂੰ ਕਹਿ ਦਿੱਤਾ, ਹਾਲਾਂਕਿ ਇੱਥੇ ਕਾਂਗਰਸ ਵਾਸਤੇ ਉਹ ਹਾਲਤ ਆ ਕਿ ਅੱਧਾ ਗਲਾਸ ਖਾਲੀ ਅੱਧਾ ਭਰਿਆ ਵਾ। ਮਤਲਬ ਕਿ 13 ਚੋਂ 13 ਤੇ ਨਹੀਂ ਜਿੱਤ ਸਕੀ ਪਰ ਫਿਰ ਵੀ 8 ਜਿੱਤੀਆਂ। ਤਾਂ ਇਹਨਾਂ ਨੇ ਇੱਥੇ ਵੀ ਆਪਣੇ ਤਰਜਮਾਨਾਂ ਨੂੰ ਕਹਿਤਾ ਕਿ ਤੁਸੀਂ ਡਿਬੇਟਸ ਦੇ ਵਿੱਚ ਨਹੀਂ ਜਾਣਾ। ਤਾਂ ਕਹਿਣ ਦਾ ਮਤਲਬ ਇਹੋ ਹੀ ਆ ਕਿ ਕਾਂਗਰਸ ਨੇ ਇਹ ਸਾਰਾ ਕੁਝ ਜਿਹੜਾ ਕੀਤਾ ਉਹ ਇੱਕ ਰਸਮ ਪੂਰਤੀ ਆ, ਉਹਦੇ ਚ ਉਤਸ਼ਾਹ ਨਹੀਂ ਆ, ਪਰ ਇਹ ਕਰਨਾ ਪੈਂਦਾ। ਵਿਰੋਧੀ ਧਿਰ ਦੀ ਭੂਮਿਕਾ ਤੇ ਤੁਹਾਨੂੰ ਅਦਾ ਕਰਨੀ ਪਊਗੀ। ਪਰ ਰੌਲਾ ਇਹ ਆ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਸਬਕ ਨਹੀਂ ਲਿਆ, ਜਿਵੇਂ ਆਂਦੇ ਹੁੰਦੇ ਪੰਜਾਬੀ ਚ ਦਿਨ ਗਵਾਇਆ ਭੌਂਕੇ ਤੇ ਰਾਤ ਗਵਾਈ ਸੌਂਕੇ, ਜੇ ਤੁਸੀਂ ਉਹੀ ਕੰਮ ਫੇਰ ਕੀਤੀ ਜਾਏ, ਜੇ ਤੁਹਾਡਾ ਉਹੀ ਚਾਲ ਚੱਜਰ ਰਿਹਾ, ਤਾਂ ਤੁਸੀਂ ਕਦੇ ਵੀ ਮੇਰੇ ਖਿਆਲ ਦੇ ਨਾਲ ਸੱਤਾ ਚ ਨਹੀਂ ਆ ਸਕਦੇ। ਤਾਂ ਨਵੇਂ ਸਿਰੇ ਤੋਂ ਪਲੈਨਿੰਗ ਕਰਨੀ ਪਊਗੀ, ਨਵੇਂ ਸਿਰੇ ਤੋਂ ਮੁੜ ਕੇ ਹਾਰਡ ਵਰਕਿੰਗ ਮਿਹਨਤ ਕਰਨੀ ਪਊਗੀ, ਨਵੇਂ ਸਿਰੇ ਤੋਂ ਸਿੱਟੇ ਲਿਆਉਣੇ ਪੈਣਗੇ, ਨਹੀਂ ਤਾਂ ਆਹ ਕੁਛ ਚੱਲੂਗਾ। ਰਾਹੁਲ ਗਾਂਧੀ ਮੇਰੇ ਖਿਆਲ ਦੇ ਨਾਲ ਜੋ ਅਮੇਠੀ ਤੋਂ ਸੱਟ ਖਾਈ ਬੈਠਾ, ਉਹ ਸੱਟ ਉਹਨੂੰ ਬਹੁਤ ਜ਼ਿਆਦਾ ਚੱਲੀ ਬੈਠੀ ਹੈ। ਇਸੇ ਕਰਕੇ ਹਾਲੇ ਵੀ ਸਰਗਰਮ ਨਹੀਂ ਹੋ ਪਾ ਰਿਹਾ। ਯਾਨੀ ਕਹਿਣ ਦਾ ਭਾਵ ਹੈ ਜਿੱਦਾਂ ਉਹ ਟਰੈਕਟਰ ਹੁੰਦੇ ਸੀ ਨਾ, ਜਿਹੜੇ ਪੁਰਾਣੇ ਮਾਡਲ ਟਰੈਕਟਰ, ਤੇ ਸਟਾਰਟ ਵੀ ਹੋ ਜਾਂਦੇ ਸੀ ਨਾ, ਗੇਅਰ ਵੀ ਪੈ ਜਾਂਦਾ ਹੈ, ਤਾਂ ਬਹੁਤੀ ਦੇਰ ਸਪੀਡ ਨਹੀਂ ਸੀ ਫੜਦੇ। ਉਹ ਹਾਲ ਹੋਇਆ ਪਿਆ, ਹਾਲੇ ਵੀ ਸਪੀਡ ਨਹੀਂ ਫੜ ਪਾ ਰਿਹਾ। ਜਦੋਂ ਸਪੀਡ ਫੜੂਗਾ ਸ਼ਾਇਦ ਫਿਰ ਹੀ ਪੂਰੇ ਮੁਲਕ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਕੰਮ ਕਰ ਲੱਗੂਗੀ। ਹਾਲ ਦੀ ਘੜੀ ਤੋਂ ਰਸਮ ਪੂਰਤੀ ਆ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਹਾਰਾਸ਼ਟਰ ਦੇ ਵਿੱਚ ਹਜ਼ਾਰਾਂ ਹੀ ਔਰਤਾਂ ਦੇ ਬੱਚੇਦਾਨੀ ਕੱਢਣ ਦੇ ਮਾਮਲੇ ਨੇ ਹੁਣ ਭੜਥੂ ਪਾਇਆ ਉੱਥੇ। ਦੇਖੋ, ਸ਼ਿਵ ਸੈਨਾ ਦੇ ਇੱਕ ਇਹਨਾਂ ਦੇ ਮੈਂਬਰ ਆ ਨੀਲਮ ਗੋਰੇ, ਉਹਨਾਂ ਨੇ ਇਹ ਮਾਮਲਾ ਜਿਹੜਾ ਵਿਧਾਨ ਪ੍ਰੀਸ਼ਦ ਚ ਚੁੱਕਿਆ ਸੀਗਾ। ਤਾਂ ਕਈ ਸਟੇਟਾਂ ਦੇ ਵਿੱਚ ਵਿਧਾਨ ਸਭਾ ਤੇ ਨਾਲ ਵਿਧਾਨ ਪ੍ਰੀਸ਼ਦ ਵੀ ਹੁੰਦੀ ਆ, ਉਹਨਾਂ ਦੇ MLC ਹੁੰਦੇ ਆ। ਤਾਂ ਇਹਨੇ ਮੁੱਦਾ ਚੁੱਕਿਆ ਸੀਗਾ ਕਿ ਅਸਲ ਦੇ ਵਿੱਚ ਜੋ ਮਹਾਰਾਸ਼ਟਰ ਦਾ ਇੱਕ ਪਰਟੀਕੂਲਰ ਏਰੀਆ, ਸ਼ਾਇਦ ਬੀੜ ਜ਼ਿਲ੍ਹਾ ਪੈਂਦਾ, ਤਾਂ ਉਸ ਏਰੀਏ ਦੇ ਵਿੱਚ ਕਾਫੀ ਔਰਤਾਂ ਦੇ ਇਹੋ ਜਿਹੇ ਆਪਰੇਸ਼ਨ ਕੀਤੇ ਆ ਜਿਨ੍ਹਾਂ ਤੋਂ ਬਾਅਦ ਜਿਹੜੀ ਉਹਨਾਂ ਦੀ ਬੱਚੇਦਾਨੀ ਸੀ ਉਹ ਗਾਇਬ ਹੋ ਗਈ, ਮਤਲਬ ਕਿ ਕੱਢ ਲਈ ਗਈ। ਇਹ ਸਭ ਕੁਝ ਜਿਹੜਾ ਉਹਦੀ ਫਿਰ ਇਹਨਾਂ ਨੇ ਪੜਤਾਲ ਕਰਵਾਈ ਆ। ਕਹਿਣ ਦਾ ਭਾਵ ਆ ਕਿ ਬੀੜ ਜ਼ਿਲ੍ਹੇ ਦਾ ਸਿਵਲ ਸਰਜਨ ਤੇ ਉਹਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾ ਕੇ ਪੜਤਾਲ ਕੀਤੀ ਗਈ, ਤੇ ਪੜਤਾਲ 'ਚ ਪਾਇਆ ਗਿਆ ਕਿ 16-17 ਤੋਂ ਲੈ ਕੇ 18-19 ਦੇ ਦਰਮਿਆਨ, ਯਾਨੀ ਲਗਭਗ 1-2 ਸਾਲ ਦਾ ਵਕਫਾ ਸੀਗਾ ਜਿਹੜਾ, ਉਹਦੇ ਵਿੱਚ 99 ਨਿੱਜੀ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਕੀਤੇ ਗਏ ਤੇ ਲਗਭਗ 4600 ਔਰਤਾਂ ਦੀ ਬੱਚੇਦਾਨੀ ਜਿਹੜੀ ਉਹ ਕੱਢ ਦਿੱਤੀ ਗਈ।
ਹੁਣ ਇਹਦੇ ਪਿੱਛੇ ਜੋ ਕਾਰਨ ਦੱਸਿਆ ਜਾ ਰਿਹਾ ਬੜਾ ਦਿਲ ਕੰਬਾਊ ਕਾਰਨ ਆ ਕਿ ਇਹਨਾਂ ਚੋਂ ਬਹੁਤੀਆਂ ਔਰਤਾਂ ਮਜ਼ਦੂਰੀ ਕਰਦੀਆਂ ਸੀਗੀਆਂ, ਜਿੱਦਾਂ ਗੰਨੇ ਦਾ ਖੇਤ ਆ ਜਾਂ ਹੋਰ ਖੇਤ ਵਾ, ਤਾਂ ਉਹਦੇ ਵਿੱਚ ਕੀ ਆ ਕਿ ਜਿਹੜੇ ਕੰਮ ਲੈਣ ਵਾਲੇ ਸੀਗੇ ਕਿ ਜਿੱਦਾਂ ਮਾਹਵਾਰੀ ਆਉਂਦੀ ਆ ਔਰਤਾਂ ਨੂੰ, ਜੋ ਉਹਨਾਂ ਦੀ ਸਰੀਰਕ ਪ੍ਰਕਿਰਿਆ ਵਾ, ਤਾਂ ਉਹ ਸਰੀਰਕ ਕਿਰਿਆ ਜਿਹੜੀ ਆ ਉਹਨੂੰ ਰੋਕਣ ਵਾਸਤੇ ਕਿ ਇਹ ਕੰਮ ਤੋਂ ਆਰੀ ਨਾ ਹੋਣ, ਕੰਮ ਤੋਂ ਘੇਸਾ ਨਾ ਮਾਰਨ, ਕੰਮ 'ਚ ਢਿੱਲਤਾ ਨਾ ਦਿਖਾਉਣ। ਸੋ ਇਸ ਕਰਕੇ ਉਹਨਾਂ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਆਪਰੇਸ਼ਨ ਕਰਵਾ ਦਿੱਤੇ ਗਏ ਤੇ ਉਹਨਾਂ ਦੀ ਬੱਚੇਦਾਨੀ ਕੱਢ ਦਿੱਤੀ। ਸੋ ਆਹ ਹਾਲ ਆ। ਹੁਣ ਇਹਨਾਂ ਨੇ ਆਖਿਆ ਤੇ ਹੈ ਕਿ ਅਸੀਂ ਸਖਤ ਐਕਸ਼ਨ ਲਵਾਂਗੇ, ਪਰ ਸਖਤ ਐਕਸ਼ਨ ਤੁਹਾਨੂੰ ਪਤਾ ਹੀ ਹੈ ਕਿ ਕੋਈ ਆਪਰੇਸ਼ਨ ਕਰਵਾਉਣ ਕਾਹਦਾ ਜਾਂਦਾ ਤੇ ਮੁੜ ਕੇ ਬੇਹੋਸ਼ ਕਰਕੇ ਤੇ ਉਹਦਾ ਗੁਰਦਾ ਕੱਢ ਲਿਆ ਜਾਂਦਾ। ਆਪਰੇਸ਼ਨ ਕੋਈ ਗੋਡੇ ਦਾ ਕਰਵਾਉਣ ਜਾਂਦਾ ਤੇ ਮੋਢੇ ਦਾ ਕਰ ਦਿੱਤਾ ਜਾਂਦਾ। ਅੱਖਾਂ ਦੀ ਰੌਸ਼ਨੀ ਕਿੰਨੀ ਵਾਰ ਚਲੇ ਗਈ ਆਪਾਂ ਵੇਖਿਆ ਹੀ ਆ। ਇਨਫੈਕਸ਼ਨ ਦੇ ਨਾਲ ਕਿੰਨੀਆਂ ਔਰਤਾਂ ਮਰ ਜਾਂਦੀਆਂ, ਕਿੰਨੇ ਬੱਚੇ ਲਾਪਰਵਾਹੀ ਕਰਕੇ ਮਰ ਜਾਂਦੇ ਆ। ਅੰਤ 'ਚ ਹੁੰਦਾ ਕੁਛ ਨਹੀਂ, ਥੋੜਾ ਬਹੁਤਾ ਮੁਆਵਜ਼ਾ ਜਿਹੜਾ ਉਹ ਗਰੀਬਾਂ ਦੀ ਤਲੀ 'ਚ ਧਰ ਦਿੱਤਾ ਜਾਂਦਾ। ਪਰ ਇਹ ਖਬਰ ਜਿਹੜੀ ਆ ਮੇਰੇ ਖਿਆਲ ਦੇ ਨਾਲ ਇੰਡੀਆ ਦੀ ਅਸਲੀ ਤਸਵੀਰ ਆ, ਬਹੁਤ ਮੰਦਭਾਗੀ ਔਰ ਬਹੁਤ ਸਨਸਨੀਖੇਜ਼ ਹੈ। ਜੇ ਕਿਸੇ ਦੂਸਰੇ ਮੁਲਕ ਦੇ ਵਿੱਚ, ਕਿਸੇ ਡਿਵੈਲਪ ਕੰਟਰੀ ਦੇ ਵਿੱਚ ਇਹੋ ਜਿਹੀ ਖਬਰ ਹੁੰਦੀ ਤੇ ਤਰਥੱਲੀ ਮਚ ਜਾਂਦੀ। ਇੱਥੇ ਸਪੇਸ ਹੀ ਹੈ ਨਹੀਂ ਇਸ ਖਬਰ ਵਾਸਤੇ। ਦੇਖ ਲਓ ਇੰਨਾ ਬੁਰਾ ਹਾਲ ਆ ਜੀ। ਅਗਲੀ ਆਪਾਂ ਮਿੰਟੂ ਜੀ ਖਬਰ ਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਦਿੱਲੀ ਸਿੱਖ ਕੁੱਟਮਾਰ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਗ੍ਰਹਿ ਸਕੱਤਰ ਨੂੰ ਰਿਪੋਰਟ ਦੇ ਦਿੱਤੀ। ਹਾਂ ਦੇਖੋ, ਕੱਲ ਆਪਾਂ ਗੱਲ ਕੀਤੀ ਸੀਗੀ, ਸਾਰਾ ਹੁਣ ਚਰਚਾ ਹੋ ਗਿਆ। ਗਲਤੀ ਸਾਰਿਆਂ ਨੇ ਕੱਢ ਲਈ ਆ। ਕੋਈ ਦੋਹਾਂ ਧਿਰਾਂ ਦੀ ਗਲਤੀ ਕੱਢਦਾ, ਕੋਈ ਇਕੱਲੀ ਪੁਲਿਸ ਦੀ ਕੱਢਦਾ, ਕੋਈ ਇਕੱਲੀ ਉਸ ਸਰਬਜੀਤ ਸਿੰਘ ਸਿੱਖ ਦੀ ਕੱਢਦਾ। ਸੋ ਆਪੋ ਆਪਣੇ ਪੱਧਰ ਤੇ ਚਰਚਾ ਬੜੀ ਚੱਲ ਗਈ ਆ, ਦੰਦ ਕਥਾ ਬੜੀ ਹੋ ਗਈ ਆ। ਇਸ ਤੋਂ ਇਲਾਵਾ ਉੱਥੇ ਸਿਆਸਤ ਵੀ ਹੋਣ ਡਈ ਆ। ਕਰਨਾ ਬ੍ਰਦਰਸ ਅੱਡ ਨੇ, ਉੱਥੇ ਸਿਰਸੇ ਹੋਰੀ ਅਲੱਗ ਨੇ, ਦਾਦੂਵਾਲ ਸਾਹਿਬ ਹੋਰੀ ਵੀ ਪਹੁੰਚ ਗਏ ਆ। ਸੋ ਸਿਆਸਤ ਵੀ ਉੱਥੇ ਆਪਣੇ ਪੱਧਰ ਤੇ ਚੱਲੀ ਜਾਂਦੀ। ਸਾਰੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਚੱਲੀ ਜਾਂਦੀਆਂ, ਕਵਰੇਜ ਵੀ ਚੱਲੀ ਜਾਂਦੀ ਹੈ ਇਸ ਮੁੱਦੇ ਤੇ। ਤਾਂ ਤਾਜ਼ਾ ਅਪਡੇਸ਼ਨ ਇੱਕ ਤੇ ਇਹ ਸੀਗੀ ਇਸ ਮਾਮਲੇ ਦੇ ਵਿੱਚ ਕਿ ਦੋਨਾਂ ਧਿਰਾਂ ਤੇ ਪਰਚਾ ਜਿਹੜਾ ਉਹ ਕਰ ਦਿੱਤਾ ਗਿਆ, ਦੋਨਾਂ ਧਿਰਾਂ ਤੇ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਪਿਓ ਪੁੱਤਰਾਂ ਤੇ ਵੀ ਮਾਮਲਾ ਜਿਹੜਾ ਉਹ ਕਾਫੀ ਸੰਗੀਨ ਧਾਰਾ ਦੇ ਵਿੱਚ ਇਹਨਾਂ ਨੇ ਦਰਜ ਕੀਤਾ ਵਾ। ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆ ਉਹ ਇਹ ਆ ਕਿ ਇਹਨਾਂ ਨੇ ਗ੍ਰਹਿ ਸਕੱਤਰ ਨੂੰ ਰਿਪੋਰਟ ਸੌਂਪ ਦਿੱਤੀ ਆ, ਜਿਹੜੀ ਕਿ ਕੱਲ ਇਹਨਾਂ ਨੇ ਮੰਗੀ ਸੀਗੀ ਕਿ ਸਾਨੂੰ ਸਾਰੇ ਮਾਮਲੇ ਦੀ ਰਿਪੋਰਟ ਜਿਹੜੀ ਆ ਦਿਓ। ਤਾਂ ਰਿਪੋਰਟ ਦੇ ਵਿੱਚ ਹੁਣ ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹਨਾਂ ਨੇ ਕਿਹਾ ਕਿ ਦੇਖੋ ਪੁਲਿਸ ਦੀ ਪੇਸ਼ੇਵਰ ਪਹੁੰਚ ਤੇ ਸਵਾਲ ਉੱਠਦੇ। ਹੁਣ ਦੇਖੋ, ਮੈਂ ਨਹੀਂ ਕਹਿ ਰਿਹਾ, ਕਈ ਵਾਰ ਬਹੁਤ ਤੱਤੇ ਜਿਹੜੇ ਆ ਉਹ ਜਾ ਕੇ ਇਨਬਾਕਸ 'ਚ ਪਹੁੰਚ ਜਾਂਦੇ ਆ ਤੇ ਦਵਾ ਦਵ ਗੱਲਾਂ ਕਰਨ ਲੱਗ ਜਾਂਦੇ ਆ। ਮੈਂ ਕੋਟ ਕਰ ਰਿਹਾ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਆ। ਉਸ ਰਿਪੋਰਟ ਦੇ ਵਿੱਚ ਕੀ ਕਿਹਾ ਗਿਆ ਕਿ ਦੇਖੋ ਜੀ, ਜਿਹੜਾ ਇਹ ਇੱਕ ਇਲਜ਼ਾਮ ਲਾਇਆ ਜਾ ਰਿਹਾ ਕਿ ਦਿੱਲੀ ਪੁਲਿਸ ਨੇ ਗੈਰ ਪੇਸ਼ੇਵਰਾਨਾ ਪਹੁੰਚ ਅਖਤਿਆਰ ਕੀਤੀ, ਉਹਦਾ ਅਸਲ ਇੱਕ ਪੱਖ ਇਹ ਆ ਕਿ ਸਾਦੀ ਵਰਦੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪੇਸ਼ੇਵਰ ਤਰੀਕਾ ਅਪਣਾਇਆ ਸੀ। ਜੇ ਤੁਸੀਂ ਵੀਡੀਓ 'ਚ ਦੇਖਿਆ ਹੋਣਾ, ਪਿੱਛੋਂ ਜੱਫਾ ਪਰਦਾ, ਉਹ ਅਸਲ ਦੇ ਵਿੱਚ ਉਹ ਪੁਲਿਸ ਮੁਲਾਜ਼ਮ ਸੀਗਾ ਜਿਹਦੀ ਫੋਟੋ, ਉਹਦੀ ਜਿਹੜੀ ਜ਼ਖਮ ਦੀ ਫੋਟੋ ਵੀ ਵਾਇਰਲ ਹੋਈ ਪਈ ਆ। ਤਾਂ ਉਹ ਕਹਿੰਦੇ ਆ ਕਿ ਇਹ ਜਿਹੜੇ ਗੈਰ ਪੇਸ਼ੇਵਰ ਤਰੀਕਾ ਅਪਣਾਉਣ ਵਾਲੇ ਮੁਲਾਜ਼ਮ ਸੀਗੇ ਉਹ ਸਾਰੇ ਸਸਪੈਂਡ ਕਰ ਦਿੱਤੇ ਗਏ ਆ। ਮਤਲਬ ਕਿ ਇੱਕ ਨੇ ਪੇਸ਼ੇਵਰ ਪਹੁੰਚ ਉੱਥੇ ਵਿਖਾਈ ਆ, ਪਰ ਜਿਨ੍ਹਾਂ ਨੇ ਗੈਰ ਪੇਸ਼ੇਵਰ ਪਹੁੰਚ ਉੱਥੇ ਵਿਖਾਈ ਅਸੀਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ। ਹੁਣ ਨਾਲ ਉਹਨਾਂ ਨੇ ਕਸੂਰ ਕੱਢਿਆ ਡਰਾਈਵਰ ਦਾ। ਉਹ ਕਹਿੰਦੇ, ਡਰਾਈਵਰ ਤੋਂ ਭਾਵ ਸਰਬਜੀਤ ਸਿੰਘ, ਉਹ ਕਹਿੰਦੇ ਕਿ ਡਰਾਈਵਰ ਨੇ ਹੀ ਪੁਲਿਸ ਮੁਲਾਜ਼ਮਾਂ ਨੂੰ ਭੜਕਾਇਆ ਸੀਗਾ। ਸੋ ਕਹਿਣ ਦਾ ਭਾਵ ਇਹ ਹੋਇਆ ਕਿ ਉਹਨਾਂ ਨੇ ਆਪਣੇ ਬੰਦਿਆਂ ਦਾ ਵੀ ਮਾੜਾ ਮੋਟਾ ਨੁਕਸ ਕੱਢ ਕੇ ਫਿਰ ਸਭ ਤੋਂ ਵੱਡੀ ਜਿਹੜੀ ਕਿ ਗਲਤੀ ਹੈ ਜਿਹੜੀ ਉਹ ਉਸ ਡਰਾਈਵਰ ਦੀ ਹੋਈ ਕੱਢੀ ਆ, ਜਿਹਦਾ ਨਾਮ ਸਰਬਜੀਤ ਸਿੰਘ ਆ, ਜਿਹਦਾ ਸਾਰਾ ਵੀਡੀਓ ਵਾਲਾ ਪ੍ਰਕਰਨ ਆਪਾਂ ਦੇਖਿਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਪੱਖ ਵੀ ਹੈ। ਚਲੋ ਇਹ ਤਾਂ ਗੱਲਾਂ ਹੋ ਗਈਆਂ ਕਿ ਠੀਕ ਆ, ਉਹਨੇ ਗਲਤੀ ਕੀਤੀ, ਉਹਦੇ ਤੇ ਮਾਮਲਾ ਦਰਜ ਹੋ ਗਿਆ, ਪੁਲਿਸ ਨੇ ਕੋਤਾਹੀ ਕੀਤੀ ਤਾਂ ਫਿਰ ਉਹਨਾਂ ਤੇ ਕਾਰਵਾਈ ਕਰ ਦਿੱਤੀ, ਠੀਕ ਆ। ਪਰ ਗੱਲ ਇਹ ਆ ਕਿ ਦੇਖੋ, ਉਹਦਾ ਜਿਹੜਾ ਸਰਬਜੀਤ ਸਿੰਘ ਆ ਉਹਦਾ ਪਿਛਲਾ ਇੱਕ ਕੇਸ ਕੱਢ ਦਿੱਤਾ ਗਿਆ। ਇਹ ਕਮਾਲ ਦੀ ਗੱਲ ਹੈ ਕਿ ਉਹਦਾ ਕੋਈ ਲੜਾਈ ਝਗੜਾ ਜਿਹੜਾ ਉਹ ਅਪ੍ਰੈਲ 'ਚ ਹੁੰਦਾ, ਅਪ੍ਰੈਲ 2019 ਦੇ ਵਿੱਚ। ਉਹ ਕੋਈ ਗੁਰਦੁਆਰਾ ਬੰਗਲਾ ਸਾਹਿਬ ਦਾ ਸੇਵਾਦਾਰ ਸੀ ਜਿਹਦੇ ਨਾਲ ਇਹਦਾ ਕੋਈ ਲੜਾਈ ਝਗੜਾ ਹੋਇਆ, ਉਹਦੇ ਵਿੱਚ ਇਹਦਾ ਕੋਈ ਮਾਮਲਾ ਦਰਜ ਸੀਗਾ, ਤਾਂ ਉਹ ਵੀ ਕੱਢ ਲਿਆ ਗਿਆ। ਮਤਲਬ ਕਿ ਪੁਲਿਸ ਨੇ ਉਹ ਕੇਸ ਜਿਹੜਾ ਉਹ ਨਸ਼ਰ ਕਰ ਦਿੱਤਾ, ਫਿਰ ਉਹ ਮੀਡੀਆ ਦੇ ਵਿੱਚ ਆ ਗਿਆ। ਤੇ ਤੁਹਾਨੂੰ ਪਤਾ ਮੀਡੀਆ ਤੇ ਇਸ ਤਾਕ ਦੇ ਵਿੱਚ ਸੀਗਾ, ਉਹਦੇ ਝਾਕ ਦੇ ਵਿੱਚ ਸੀਗਾ ਕਿ ਕੁਝ ਮੁੱਦਾ ਜਿਹੜਾ ਉਹ ਇਸ ਤਰ੍ਹਾਂ ਦਾ ਸਾਡੇ ਹੱਥ ਲੱਗੇ ਤਾਂ ਇਸ ਮਾਮਲੇ ਨੂੰ ਦੂਸਰੇ ਰੁਖ ਨੂੰ ਤੋੜਿਆ ਜਾਵੇ। ਤਾਂ ਹੁਣ ਹੋਇਆ ਕੀ ਆ
ਕਿ ਉਹ ਤੱਤ ਜਿਹੜੀਆਂ ਇਹਨਾਂ ਦੀਆਂ ਨਿਊਜ਼ ਵੈਬਸਾਈਟਾਂ ਆ ਉਹਨਾਂ ਨੇ ਉਹ ਮੁੱਦਾ ਚੁੱਕ ਕੇ ਇਦਾਂ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਜਿੱਦਾਂ ਨਹੀਂ ਜੀ ਇਹ ਬੰਦਾ ਤੇ ਠੀਕ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਤੇ ਬੰਦਾ ਕ੍ਰਿਮੀਨਲ ਆ, ਇਹ ਬੰਦਾ ਕ੍ਰਿਮੀਨਲ ਆ, ਆਦਤਨ ਮਤਲਬ ਕਿ ਇਹਦਾ ਕੰਮ ਆ ਲੜਾਈ ਝਗੜਾ ਕਰਦਾ। ਸੋ ਕੇਸ ਵੀ ਜਿਹੜਾ ਉਹਦਾ ਉਜਾਗਰ ਕੀਤਾ ਗਿਆ ਉਹ ਕੀਤਾ ਗਿਆ ਵਾ ਲੜਾਈ ਝਗੜੇ ਦਾ। ਤਾਂ ਕਹਿਣ ਦਾ ਮਤਲਬ ਕਿ ਉਹਦੀ ਛਵੀ ਜਿਹੜੀ ਆ ਉਹ ਇੱਕ ਝਗੜਾਲੂ ਵਿਅਕਤੀ ਵਜੋਂ ਬਣਾਈ ਜਾ ਰਹੀ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਗਲਤ ਹੈ। ਠੀਕ ਆ, ਉਹਨੇ ਗਲਤੀ ਕੀਤੀ ਆ ਤਾਂ ਉਹ ਮਾਮਲਾ ਜਿਹੜਾ ਉਹਦੇ ਤੇ ਦਰਜ ਹੋ ਗਿਆ, ਉਹਦੇ ਮੁੰਡੇ ਨੇ ਕੀਤੀ, ਚਲੋ ਠੀਕ ਆ, ਪੁਲਿਸ ਨੇ ਕੀਤੀ, ਠੀਕ ਆ। ਪਰ ਆਹ ਗੱਲ ਦੇਖੋ, ਲੜਾਈ ਝਗੜਾ ਸਾਰਿਆਂ ਦਾ ਕਿਤੇ ਨਾ ਕਿਤੇ ਹੋਇਆ ਹੁੰਦਾ ਪਾਸਟ ਦੇ ਵਿੱਚ, ਉਹ ਦੇਖਣਾ ਕੋਰਟ ਨੇ, ਜਦੋਂ ਕੇਸ ਦਰਜ ਹੋਗਾ ਕੋਰਟ ਨੇ ਦੇਖਣਾ ਕੌਣ ਜਾਇਜ਼ ਆ ਕੌਣ ਨਜਾਇਜ਼ ਆ। ਤੁਸੀਂ ਕਰ ਦਿੱਤਾ ਤਾਂ ਕੋਰਟ ਨੇ ਇਹਦੇ ਚ ਦੇਖਣਾ ਕੌਣ ਜਾਇਜ਼ ਆ ਕੌਣ ਨਜਾਇਜ਼ ਆ। ਪਰ ਹਰ ਚੀਜ਼ ਜਿਹੜੀ ਆ ਉਹ ਜਾਣ ਬੁੱਝ ਕੇ ਉਛਾਲਣੀ, ਇਹ ਆਪਣੇ ਆਪ ਦੇ ਵਿੱਚ ਸਭ ਕੁਝ ਸਾਫ਼ ਕਰ ਦਿੰਦੀ ਹੈ ਕਿ ਪੁਲਿਸ ਜਿਹੜੀ ਆ ਉਹ ਹਾਲੇ ਵੀ ਕਿਸ ਤਰ੍ਹਾਂ ਚੱਲਦੀ ਪਈ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਿਸਾਨਾਂ ਦੀ ਮੁਫਤ ਬਿਜਲੀ ਨੂੰ ਲੈ ਕੇ ਰੌਲਾ ਆ ਤੇ ਉਦਯੋਗਪਤੀਆਂ ਨੂੰ ਮੋਟੇ ਗੱਫੇ ਆ, ਇਹ ਟ੍ਰਿਬਿਊਨ ਦੀ ਰਿਪੋਰਟ ਦਾ ਦਾਵਾ। ਹਾਂ ਬਿਲਕੁਲ, ਟ੍ਰਿਬਿਊਨ ਦੇ ਵਿੱਚ ਇਹ ਅੱਜ ਰਿਪੋਰਟ ਲੱਗੀ ਹੈ, ਮੇਰੇ ਖਿਆਲ ਨਾਲ ਹੈਰਾਨ ਕਰਨ ਵਾਲੀ ਰਿਪੋਰਟ ਆ। ਔਰ ਇਹਦੇ ਵਿੱਚ ਦੱਸਿਆ ਕਿ ਜਿਹੜੇ ਵੱਡੇ ਉਦਯੋਗਪਤੀ ਆ ਉਹਨਾਂ ਨੂੰ ਔਸਤਨ 1 ਸਾਲ ਦੀ 19 ਲੱਖ ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਪਈ ਆ ਇੱਕ ਉਦਯੋਗਪਤੀ ਨੂੰ। ਹੁਣ ਜੇ ਆਪਾਂ ਇਹਦੀ ਐਵਰੇਜ ਕੱਢੀਏ ਕਿਸਾਨਾਂ ਦੇ ਮੁਤਲਕ ਤਾਂ ਉਹ ਨਿਕਲਦੀ ਆ 44,000 ਇੱਕ ਕਿਸਾਨ। ਬਦਨਾਮ ਕੌਣ ਆ? ਬਦਨਾਮ ਆ ਕਿਸਾਨ ਕਿ ਇਹ ਬਿਜਲੀ ਸਬਸਿਡੀ ਖਾਂਦਾ ਜੀ। ਤਾਂ ਉਹ ਨਿਕਲਦੀ ਹੈ ਐਵਰੇਜ 44,000 ਦੀ, ਤੇ ਇੱਕ ਅਮੀਰ ਉਦਯੋਗਪਤੀ ਵੱਡਾ ਉਦਯੋਗਪਤੀ ਹੈ ਜਿਹੜਾ ਉਹ ਮਾਰ ਦਿੰਦਾ ਕੁੰਡਲ 19 ਲੱਖ ਨੂੰ। ਤੇ ਦੂਜੇ ਪਾਸੇ ਜਿਹੜੇ ਛੋਟੇ ਉਦਯੋਗਪਤੀ ਉਹਨਾਂ ਦਾ ਹਾਲ ਜਿਹੜਾ ਹੈ ਉਹ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਛੋਟੇ ਕਿਸਾਨਾਂ ਦਾ ਸਬਸਿਡੀ ਦੇ ਮਾਮਲੇ 'ਚ। ਮਤਲਬ ਇਹ ਆ ਕਿ ਜਿਹੜੇ ਛੋਟੇ ਕਾਰੋਬਾਰੀ ਆ ਉਹਨਾਂ ਨੂੰ ਬਿਜਲੀ ਸਬਸਿਡੀ ਜਿਹੜੀ ਆ ਉਹ ਕਿਸੇ ਨੂੰ ਮੇਰੇ ਖਿਆਲ ਦੇ ਨਾਲ ਥੋੜੀ ਬਹੁਤ ਦਿੱਤੀ ਜਾਂਦੀ ਹੈ, ਚਾਹੇ ਮੱਧਕਾਰੀ ਹੈ ਚਾਹੇ ਕੋਈ ਛੋਟਾ ਬਿਲਕੁਲ ਛੋਟਾ। ਤਾਂ ਉਹਦੇ ਵਿੱਚ ਇਹਨਾਂ ਦੀ ਜਿਹੜੀ ਸਬਸਿਡੀ ਆ ਉਹ ਬੜੀ ਘੱਟ ਆ ਮੁਕਾਬਲਤਨ ਜੋ ਅਮੀਰ ਉਦਯੋਗਪਤੀ ਆ, ਵੱਡਾ ਉਦਯੋਗਪਤੀ ਆ। ਸੋ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਰਿਪੋਰਟ ਆ ਕਿ ਉਦਯੋਗਪਤੀਆਂ ਨੂੰ ਜਿਹੜੀ ਬਿਜਲੀ ਦਿੱਤੀ ਜਾਂਦੀ ਆ ਉਹਦੇ ਵਿੱਚ ਵੀ ਉਹੀ ਕਹਾਣੀ ਆ ਜਿਹੜੀ ਕਹਾਣੀ ਆਪਾਂ ਕਿਸਾਨਾਂ ਦੇ ਮਾਮਲੇ 'ਚ ਦੇਖਦੇ। ਦੇਖੋ ਇਹਦੇ 'ਚ ਮੈਂ ਕਾਫੀ ਰਿਸਰਚ ਕੀਤੀ ਸੀ ਪਾਸਟ ਦੇ ਵਿੱਚ, ਹੁਣ ਤੇ 1.5 ਸਾਲ ਹੋ ਗਿਆ ਮੈਂ ਪ੍ਰਿੰਟ ਮੀਡੀਆ 'ਚੋਂ ਬਾਹਰ ਆ ਗਿਆ। ਜਦੋਂ ਅਸੀਂ ਪ੍ਰਿੰਟ ਮੀਡੀਆ 'ਚ ਸੀਗੇ ਤੇ ਕਾਫੀ ਕੰਮ ਕੀਤਾ ਸੀਗਾ, ਜਿਹੜੇ ਅਖਬਾਰ 'ਚ ਮੈਂ ਕੰਮ ਕਰਦਾ ਸੀਗਾ ਨਾ ਉਹਨਾਂ ਨੇ ਟਾਸਕ ਦਿੱਤੇ ਹੋਏ ਸੀਗੇ ਸਾਨੂੰ ਉਸ ਟਾਈਮ। ਤਾਂ ਕਾਫੀ ਰਿਸਰਚ ਹੋਈ ਸੀਗੀ, ਉਸ ਅਖਬਾਰ ਨੇ ਕਾਫੀ ਰਿਪੋਰਟਾਂ ਲਾਈਆਂ ਸੀ। ਤਾਂ ਉਦੋਂ ਜਿਹੜੀ ਚੀਜ਼ ਨਿਕਲੀ ਸੀ ਉਹ ਹੈਰਾਨ ਕਰਦੀ ਸੀਗੀ ਕਿ ਕਿਸਾਨਾਂ ਦੇ ਵਿੱਚ ਵੀ ਇਹੋ ਹੀ ਕੰਮ ਆ। ਹੁਣ ਸਬਸਿਡੀ ਜਿਹੜੀ ਆ ਉਹ 7,000 ਕਰੋੜ ਰੁਪਏ ਦੀ ਹੈ ਸਾਲਾਨਾ ਦੀ, ਪਰ ਜੇ ਤੁਸੀਂ ਵੇਖੋ ਕਿ ਉਹ ਸਬਸਿਡੀ ਜਾਂਦੀ ਕਿੱਥੇ ਆ, ਸਬਸਿਡੀ ਹੋ ਜਾਂਦੀ ਹੈ ਕਿ ਜਿੱਦਾਂ ਹੁਣ 13.5 ਲੱਖ ਟਿਊਬਵੈਲ ਕਨੈਕਸ਼ਨ ਆ, ਉਹਦੇ ਚੋਂ 7 ਲੱਖ ਤੋਂ ਵੱਧ ਜਿਹੜੇ ਕਨੈਕਸ਼ਨ ਉਹ 10 ਕਿੱਲਿਆਂ ਤੋਂ ਉਤਲੇ ਦੇ ਆ। ਮਤਲਬ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਸਰਦੇ ਕੁਝ ਦੇ ਕਿਸਾਨ ਆ। ਵੈਸੇ 10 ਵਾਲਾ ਐਵਰੇਜ ਕਿਸਾਨ ਗਿਣਿਆ ਜਾਂਦਾ, ਪਰ ਕਾਗਜ਼ੀ ਪੱਤਰੀ ਉਹਨੂੰ ਸਮਰਿੱਧ ਗਿਣ ਲੈਂਦੇ ਆ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਜਿੱਦਾਂ ਛੋਟੇ ਕਿਸਾਨ ਆ ਜਾਂਦੇ ਆ 2.5 ਕਿੱਲੇ ਵਾਲੇ, ਤਾਂ ਉਹਨਾਂ ਚੋਂ 1,64,000 ਕਿਸਾਨ ਚੋਂ 81,667 ਦੇ ਕੋਲ ਕੋਈ ਮੋਟਰ ਹੀ ਨਹੀਂ ਗੀ। ਮਤਲਬ ਲਗਭਗ 50%, ਯਾਨੀ 2.5 ਕਿੱਲਿਆਂ ਵਾਲੇ ਅੱਧੇ ਕਿਸਾਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲ ਕੋਈ ਮੋਟਰ ਨਹੀਂ ਹੈ ਜੀ। ਫਿਰ ਏਦਾਂ ਜਿਹੜੇ 2.5 ਤੋਂ 5 ਕਿੱਲਿਆਂ ਵਾਲੇ ਆ ਉਹਨਾਂ ਦੇ ਵਿੱਚੋਂ ਵੀ 5ਵਾਂ ਹਿੱਸਾ ਲਗਭਗ ਕਿਸਾਨ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕੋਲ ਕੋਈ ਟਿਊਬਵੈਲ ਹੈ ਹੀ ਨਹੀਂ ਹੈ, ਔਰ ਉਲਟਾ ਉਹ ਪਾਣੀ ਹੈ ਮੁੱਲ ਦਾ ਲਾਉਣ ਵਾਲੇ। ਸੋ ਇਸ ਤਰ੍ਹਾਂ ਦੀ ਇੱਕ ਹਕੀਕਤ ਆ, ਤਲਕ ਹਕੀਕਤ ਆ। ਔਰ ਇਹ ਕੰਮ ਸ਼ੁਰੂ ਕਿਹਨੇ ਕੀਤਾ ਸੀਗਾ? ਸਬਸਿਡੀ ਵਾਲਾ ਉਹ ਕਾਂਗਰਸੀਆਂ ਹੀ ਸ਼ੁਰੂ ਕੀਤਾ ਸੀਗਾ 1997 ਦੇ ਵਿੱਚ। ਫਿਰ ਇਹਨਾਂ ਨੇ ਆ ਕੇ ਬੰਦ ਕਰ ਦਿੱਤਾ ਸੀ, ਫਿਰ ਇਹਨਾਂ ਨੇ ਆ ਕੇ ਚਾਲੂ ਕੀਤਾ। ਸੋ ਇਹ ਸਾਰਾ ਕੁਛ ਜਿਹੜਾ ਚੱਲਦਾ ਰਿਹਾ। ਪਰ ਜੇ ਅੱਜ ਸਬਸਿਡੀ ਤੁਸੀਂ ਦੇਖੋ ਕਿ ਉਹ ਇੱਕ ਤਰ੍ਹਾਂ ਨਾਲ ਵੋਟ ਬਟੋਰਨ ਦਾ ਇੱਕ ਜ਼ਰੀਆ ਬਣ ਕੇ ਰਹਿ ਗਈ ਆ, ਤੇ ਇਹਦੇ ਵਿੱਚ ਕੱਲੀ ਇੱਧਰ ਹੀ ਨਹੀਂ ਸਬਸਿਡੀ ਜਾ ਰਹੀ, ਉਦਯੋਗਪਤੀਆਂ ਨੂੰ ਜਾ ਰਹੀ। ਜਦੋਂ ਅਸੀਂ ਉਹ ਰਿਸਰਚ ਕੀਤੀ ਸੀ ਤਾਂ ਫਰੀडम ਫਾਈਟਰਸ ਨੂੰ ਵੀ ਜਾਂਦੀ ਹੈ 83 ਕਰੋੜ ਦੀ, ਜਿਹੜੀ ਨਵੀਂ ਇੰਡਸਟਰੀ ਆ ਉਹਨੂੰ ਵੀ 113 ਕਰੋੜ ਦੀ ਜਾਂਦੀ ਆ। ਜੇ ਤੁਸੀਂ ਹੋਰ ਲਾ ਲਓਗੇ ਜਿਹੜੇ SCBC ਨੂੰ ਦਿੰਦੇ ਸੀ ਅੱਗੇ ਛੋਟਾ, ਤੇ ਕਾਫੀ ਸਬਸਿਡੀ ਜਿਹੜੀ ਉਹ ਚਲੇ ਜਾਂਦੀ ਆ। ਤਾਂ ਕਹਿਣ ਦਾ ਭਾਵ ਹੈ ਸਬਸਿਡੀ ਦਾ ਵੱਡਾ ਹਿੱਸਾ ਜਿਹੜਾ ਉਹ ਜਾਂਦਾ ਅਮੀਰ ਲੋਕਾਂ ਦੇ ਜੇਬ 'ਚ, ਜਿਹੜਾ ਛੋਟਾ ਉਹਨੂੰ ਸਬਸਿਡੀ ਦਾ ਲਾਭ ਬਹੁਤ ਘੱਟ ਦਿੱਤਾ ਜਾਂਦਾ, ਬਲਕਿ ਨਾ ਉਹਦਾ ਵਰਤਿਆ ਜਾਂਦਾ ਕਿ ਇਹ ਜੀ ਛੋਟੇ ਕਿਸਾਨ ਦੀ ਜਾਂ ਛੋਟੇ ਉਦਯੋਗਪਤੀ ਦੀ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੁਲਿਸ ਵੱਲੋਂ ਚੁੱਕਿਆ ਮੁੰਡਾ ਪੁਲਿਸ ਨੇ ਮਸਾਂ ਹੀ ਮੋੜਿਆ। ਇਹ ਤਾਂ ਹੁਣ ਬਹੁਤ ਇਦਾਂ ਦੇ ਕੇਸ ਲਗਾਤਾਰ ਮਿੰਟੂ ਜੀ ਵੱਧਦੇ ਹੀ ਜਾ ਰਹੇ ਆ। ਬਿਲਕੁਲ, ਇਹ ਤੇ ਕਮਾਲ ਦੀ ਇਹਨਾਂ ਦੀ ਪੇਸ਼ੇਵਰ ਪਹੁੰਚ ਆ। ਹੁਣ ਦੇਖੋ ਹੁੰਦਾ ਕੀ ਪਿਆ, ਜਿੱਦਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਲਾਨ ਕੀਤਾ ਸੀਗਾ ਉਹਦੇ ਤੇ ਨਾ ਬਹੁਤਾ ਗੌਰ ਨਹੀਂ ਕੀਤਾ, ਕਿਉਂਕਿ ਖਬਰਾਂ ਜਿਹੜੀਆਂ ਨਾ ਅੱਜ ਕੱਲ੍ਹ ਡਾਰ ਬਣ ਕੇ ਆਉਂਦੀਆਂ ਸਾਡੇ ਸਾਹਮਣੇ। ਸੋਸ਼ਲ ਮੀਡੀਆ, ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸਾਡੇ ਪਰਸਨਲੀ ਸੋਰਸਸ ਆ। ਸੋ ਕਹਿਣ ਦਾ ਭਾਵ ਹੈ ਉਹ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚੋਂ 12 ਘੰਟੇ ਤੇ ਆਪਾਂ ਸੌਂ ਜਾਂਦੇ ਹਾਂ, 12 ਘੰਟੇ ਜਿਹੜੇ ਜਾਗਦੇ ਉਹਨਾਂ ਦੇ ਵਿੱਚ ਖਬਰਾਂ ਆਉਂਦੀਆਂ ਤੇ ਉਹ ਸਾਡੇ ਕੋਲੋਂ ਕਈ ਵਾਰ ਬਚ ਬਚਾ ਕੇ ਵੀ ਨਿਕਲ ਜਾਂਦੇ, ਕੁਝ ਤੇ ਸਾਡੀ ਝਾਕ ਪੈਂਦੀ ਆ। ਤਾਂ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ, ਮੈਂ ਉਹ ਬਾਅਦ ਦੇ ਵਿੱਚ ਕੋਟ ਕਰਦਾ। ਪਹਿਲਾਂ ਇਹਦਾ ਥੋੜਾ ਜਿਹਾ ਪਿਛੋਕੜ ਦੱਸ ਦੇਵਾਂ ਕਿ ਇਹ ਮੇਰੇ ਖਿਆਲ ਦੇ ਨਾਲ ਖਡੂਰ ਸਾਹਿਬ ਲਾਗੇ ਦਾ ਮੁੰਡਾ ਹੈਗਾ ਜਿਹਨੂੰ ਚੁੱਕਿਆ ਕਬੱਡੀ ਖੇਡਦਾ ਸੀ। ਪਿੰਡ ਵਾਲੇ ਕਹਿੰਦੇ ਆ ਕਿ ਇਹਨੂੰ ਕਿਹਾ ਗਿਆ ਕਿ ਇਹ ਨਸ਼ੇ ਤਸਕਰਾਂ ਦਾ ਸਾਥੀ ਆ, ਪਰ ਇਹ ਕਬੱਡੀ ਖੇਡਣ ਵਾਲਾ ਮੁੰਡਾ ਸੀਗਾ। ਅਸੀਂ ਤੇ ਕਦੇ ਇਹਦਾ ਇਹੋ ਜਿਹਾ ਮਾੜਾ ਕੰਮ ਸੁਣਿਆ ਨਹੀਂ। ਇਹਨੂੰ ਚੱਕ ਲਿਆ, ਜਿਹੜੇ ਥਾਣੇਦਾਰ ਨੇ ਚੁੱਕਿਆ ਉਹਦੇ ਕੋਲ ਗਏ ਤੇ ਉਹ ਪਹਿਲਾਂ ਤੇ ਮੁੱਕਰ ਗਿਆ। ਫਿਰ ਦੂਜਾ ਆਇਆ, ਉਹ ਕਹਿੰਦਾ ਜੀ ਹਾਂਜੀ ਉਹਨੂੰ ਤਾਂ SSP ਲੈ ਗਿਆ, SSP ਕੋਲ ਗਏ, SSP ਅੱਗੋਂ ਮਿਲਿਆ ਨਹੀਂ। ਕਹਿਣ ਦਾ ਭਾਵ ਹੈ ਕਿ 2-3 ਦਿਨ ਮੁੰਡਾ ਗਾਇਬ ਰਿਹਾ ਔਰ ਉਹਦੇ ਘਰ ਦੇ ਜਿਹੜੇ ਆ ਉਹ ਉੱਥੇ ਠੁੱਡੇ ਠੋਰੇ ਖਾਂਦੇ ਰਹੇ। ਫਿਰ ਹਾਰ ਕੇ ਬੀਬੀ ਖਾਲੜਾ ਜਿਹੜੇ ਆ ਜਿਨ੍ਹਾਂ ਨੇ ਚੋਣ ਲੜੀ ਸੀ ਹਾਰ ਗਏ, ਤਾਂ ਉਹ ਆਏ, ਉਹਨਾਂ ਨੇ ਥੋੜਾ ਦਬਾਅ ਬਣਾਇਆ, ਕੁਛ ਮੀਡੀਆ ਦਾ ਦਬਾਅ ਬਣਿਆ। ਤੀਜੇ ਚੌਥੇ ਦਿਨ ਪੁਲਿਸ ਨੇ ਉਹ ਮੁੰਡਾ ਮੋੜਿਆ ਤੇ ਮੁੰਡਾ ਲੱਭਿਆ ਜਾ ਕੇ ਤਰਨਤਾਰਨ ਦੇ CI ਸਾਹਿਬ ਤੋਂ। ਹਾਲਾਂਕਿ ਘਰ ਵਾਲੇ ਕਹਿੰਦੇ ਆ ਕਿ ਠੀਕ ਹੈ ਜੀ ਮੁੰਡਾ ਸਾਡਾ ਮਿਲ ਗਿਆ, ਚਲੋ ਜਾਨ ਛੁੱਟੀ ਸੋ ਲਾਖੋ ਪਾਏ, ਪਰ ਇਹ ਹਾਲਾਤ ਹੋਏ ਪਏ ਆ ਕਿ ਮੁੰਡਾ ਚੁੱਕ ਲਿਆ ਜਾਂਦਾ ਔਰ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਕਿਹੜੇ ਥਾਣੇ 'ਚ ਖੜਿਆ, ਉਹਨੂੰ ਕਿਹੜੇ ਦੋਸ਼ ਦੇ ਵਿੱਚ ਖੜਿਆ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਨਿਕਲੀ। ਪੁਲਿਸ ਵਾਲੇ ਕਹਿੰਦੇ ਅਗੇ ਜੀ ਸਾਨੂੰ ਸ਼ੱਕ ਸੀਗਾ ਇਹਦੇ ਸੰਬੰਧ ਕਿਸੇ ਨਸ਼ਾ ਤਸਕਰ ਦੇ ਨਾਲ ਹੈ ਜਾਣਦਾ, ਮੁੱਢਲੀ ਪੁੱਛਗਿੱਛ ਕੀਤੀ, ਅਸੀਂ ਛੱਡ ਦਿੱਤੀ। ਇਹ ਕਿਹੜੀ ਮੁੱਢਲੀ ਪੁੱਛਗਿੱਛ ਆ ਜਿਹੜੀ 3 ਦਿਨਾਂ 'ਚ ਪੂਰੀ ਹੁੰਦੀ ਆ? ਹੈਰਾਨਗੀ ਦੀ ਗੱਲ ਆ। ਔਰ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਹਿਰਾਸਤ 'ਚ ਲੈਣਾ ਜਾਂ ਅਰੈਸਟ ਕਰਨਾ ਤਾਂ ਤੁਸੀਂ ਘੱਟੋ ਦੇ ਘਰਦਿਆਂ ਨੂੰ ਇਨਫੋਰਮ ਜ਼ਰੂਰ ਕਰੋ। ਤਾਂ ਤੁਸੀਂ ਦੱਸਦੇ ਜੀ ਕਿ ਕਿੱਥੋਂ ਦੇ ਆ, ਤੁਸੀਂ ਕੌਣ ਆ ਕੌਣ ਨਹੀਂ। ਜੇ ਮੰਨ ਲਓ ਕੱਲ ਨੂੰ ਤੁਹਾਨੂੰ ਕੋਈ ਘੇਰ ਲੈਂਦਾ ਉੱਥੇ, ਫਿਰ ਤੁਸੀਂ ਉਲਟਾ ਕਹਿ ਦੇਣਾ ਸਾਡੀ ਡਿਊਟੀ 'ਚ ਵਿਘਨ ਪਾਉਂਦੇ ਸੀ, ਸਾਡੇ ਨਾਲ ਆਹ ਕਰਦੇ, ਸਾਨੂੰ ਭੜਕਾਉਂਦੇ ਸੀਗੇ। ਤਾਂ ਕਹਿਣ ਦਾ ਭਾਵ ਇਹ ਹੋ ਕਿ ਤੁਸੀਂ ਆਪਣੇ ਬਣਾਏ ਕਾਇਦੇ ਕਾਨੂੰਨ, ਤੁਹਾਡੇ ਉੱਤੇ ਬਣੇ ਕਾਇਦੇ ਕਾਨੂੰਨ ਤੁਸੀਂ ਆਪ ਹੀ ਫੋਲੋ ਨਹੀਂ ਕਰਦੇ। ਹੁਣ ਮੈਂ ਜਿਹੜੀ ਗੱਲ ਕੋਟ ਕਰ ਰਿਹਾ ਸੀ, ਵੈਸੇ 2-3 ਚੀਜ਼ਾਂ ਦੇਖਣ ਵਾਲੀਆਂ। ਜਸਪਾਲ ਤੋਂ ਬਾਅਦ ਇੱਕ ਮੁੰਡਾ ਖਾਂਦੇ ਵਾਲਾ ਪਿੰਡ ਹੈ ਜਿਹੜਾ ਮੁਕਤਸਰ ਦੇ ਲਾਗੇ, ਉੱਥੋਂ ਵੀ ਲਾਪਤਾ ਹੋਇਆ ਸੀ, ਪਤਾ ਨਹੀਂ ਮਿਲਿਆ ਜਾਂ ਨਹੀਂ ਮਿਲਿਆ। ਉਹਦੀਆਂ ਚੱਪਲਾਂ ਜਿਹੜੀਆਂ ਨਹਿਰ ਕਿਨਾਰੇ ਮਿਲੀਆਂ ਸੀਗੀਆਂ, ਉਹਦਾ ਵੀ ਮਾਮਲਾ ਇਹੋ ਜਿਹਾ ਸੀਗਾ ਕਿ ਉਹਦੇ ਤੇ ਚੋਰੀ ਦਾ ਦੋਸ਼ ਸੀਗਾ। ਪੁਲਿਸ ਵਾਲੇ ਉਹਨੂੰ ਲੈ ਜਾਂਦੇ ਆ, ਫਿਰ ਉਹ ਆਉਂਦਾ, ਉਹਨੂੰ ਕਹਿੰਦੇ ਕਿ ਤੂੰ ਸ਼ਾਮ ਨੂੰ ਫੇਰ ਆਈ, ਤੇ ਉਹ ਇਨ ਬਿਟਵੀਨ ਉਹ ਗਾਇਬ ਹੋ ਜਾਂਦਾ। ਉਹਦਾ ਸਾਈਕਲ ਤੇ ਚੱਪਲਾਂ ਜਿਹੜੀਆਂ ਉਹ ਵੱਡੀ ਨਹਿਰ ਦੇ ਕਿਨਾਰੇ ਮਿਲਦੀਆਂ, ਉਸੇ ਨਹਿਰ ਦੇ ਕਿਨਾਰੇ ਜਿਹਦੇ ਤੇ ਜਸਪਾਲ ਸੁੱਟਿਆ ਸੀ ਨਾ। ਤਾਂ ਦੇਖ ਲਓ ਕਿ 2-3 ਘਟਨਾਵਾਂ ਜਿਹੜੀਆਂ ਨਾਲ ਜੁੜਦੀਆਂ। ਹੁਣ ਮੈਂ ਕੋਟ ਕਰਦਾ ਉਸ ਬਿਆਨ ਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ, ਜਿਹਦੇ ਤੇ ਖਾਸ ਤਵੱਜੋ ਨਹੀਂ ਦਿੱਤੀ। ਉਹ ਬਿਆਨ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀਗਾ ਆ ਪਿਛਲੇ ਦਿਨੀ ਕਿ ਅਸੀਂ ਨਸ਼ਾ ਤਸਕਰਾਂ ਨੂੰ ਫੜਨ ਵਾਲਿਆਂ ਨੂੰ ਨਗਦ ਇਨਾਮ ਦੇਵਾਂਗੇ, ਉਹਨਾਂ ਨੂੰ ਤਰੱਕੀਆਂ ਦੇਵਾਂਗੇ। ਆਹ ਗੱਲ ਕਹੀ ਸੀਗੀ। ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਪੰਜਾਬ ਦੇ ਵਿੱਚ ਇੱਕ ਪੁੱਠੀ ਹਨੇਰੀ ਵਗੀ ਸੀ, ਪੁੱਠੀ ਹਨੇਰੀ ਤੋਂ ਭਾਵ ਇਹ ਆ ਕਿ ਸਭ ਕੁਛ ਪੁੱਠਾ ਕਰੀ ਗਈ, ਸਭ ਕੁਛ ਪੁੱਠਾ ਕਰੀ ਗਈ, ਤਾਂ ਉਸ ਸਮੇਂ ਦੀ ਲਾਲਚ ਦਿੱਤੇ ਗਏ ਸੀਗੇ ਕਿ ਤੁਸੀਂ ਫੜ ਕੇ ਮਾਰੋ, ਤੁਹਾਨੂੰ ਤਰੱਕੀਆਂ ਦੇਵਾਂਗੇ, ਤੁਹਾਨੂੰ ਅਸੀਂ ਇਨਾਮ ਦੇਵਾਂਗੇ। ਤਾਂ ਆਹ ਗੱਲ ਜਿਹੜੀ ਆ ਮੈਂ ਇਸ ਕਰਕੇ ਜੋੜਦਾ ਪਿਆ ਕਿ ਆਹ ਚੀਜ਼ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਮਹਿੰਗੀ ਪੈ ਸਕਦੀ ਆ, ਕਿਉਂਕਿ ਇੱਥੇ ਤੇ ਇਹੋ ਜਿਹੇ ਲਾਲਚੀ ਬੰਦੇ ਆ ਪੁਲਿਸ ਫੋਰਸ ਦੇ ਵਿੱਚ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ। ਆ ਕੱਲ ਲੁਧਿਆਣੇ ਦੇ ਵਿੱਚ ਇੱਕ ਥਾਣੇਦਾਰ ਫੜਿਆ ਗਿਆ, ਉਹ PCR ਦੇ ਵਿੱਚ ਸੀਗਾ। ਹਿਸਾਬ ਲਾ ਲਓ PCR ਦੇ ਵਿੱਚ ਹੁਣ ਬੰਦਾ ਜਿਹੜਾ ਭਰਤੀ ਹੈ ਘੱਟੋ ਘੱਟ ਕੋਈ ਥਾਣੇਦਾਰ 70-80 ਹਜ਼ਾਰ ਰੁਪਇਆ ਕੁੱਟਦਾ ਹੋਊਗਾ। ਉਹ ਬੰਦੇ ਨੇ ਕੀ ਕੀਤਾ ਕਿ ਟ੍ਰੈਫਿਕ ASI ਸੀਗਾ ਜਿਹੜਾ, ਉਹਦੇ ਨਾਂ ਦੀ ਫਰਜ਼ੀ ਨੇਮ ਪਲੇਟ ਬਣਾ ਕੇ ਉਹ ਚਿਪਕਾ ਕੇ ਤੇ ਨਕਲੀ ਨਾਕਾ ਲਾ ਲਿਆ। ਅਸਲੀ ਪੁਲਿਸ ਵਾਲੇ ਨੇ ਨਕਲੀ ਨਾਕਾ ਲਾ ਲਿਆ। ਕਿ ਟੈਂਪੂ ਵਾਲੇ ਨੂੰ ਫੜ ਲਿਆ, ਉਹਨੂੰ ਉਹਦਾ ਸਾਥੀ ਜਿਹੜਾ ਥਾਣੇਦਾਰ ਦਾ ਸੀਗਾ ਪੁਲਿਸ ਵਾਲਾ, ਉਹ ਕਹਿੰਦਾ ਕਿ 9000 ਰੁਪਇਆ ਮੰਗਾਵਾ, ਤੈਨੂੰ ਛੱਡ ਦੇਣੇ ਨਹੀਂ ਤਾਂ ਬੁਰੀ ਕਰਾਂਗੇ। ਉਹ ਜਿਹੜਾ 9000 ਰੁਪਇਆ ਲੈ ਕੇ ਆਇਆ ਉਹਨੇ ਸਿਆਣ ਲਿਆ, ਉਹ ਕਹਿੰਦਾ ਥਾਣੇਦਾਰ ਦਾ ਨਾਂ ਤਾਂ ਫਲਾਣਾ, ਇਹਦਾ ਨਾਂ ਤਾਂ ਰਵੀ ਹੈ, ਇਹ ਨੇਮ ਪਲੇਟ ਵਿਜੇ ਦੀ ਲਾਈ ਬੈਠਾ, ਵਿਜੇ ਟ੍ਰੈਫਿਕ ਵਾਲਾ। ਜਦੋਂ ਰੌਲਾ ਪੈ ਗਿਆ ਉਹਨਾਂ ਨੇ ਫੇਰ ਉੱਥੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਉਹਨੂੰ ਫੜ ਲਿਆ।
ਉਹਦੇ ਤੇ ਮਾਮਲਾ ਦਰਜ ਕਰ ਲਿਆ। ਤਾਂ ਕਹਿਣ ਦਾ ਭਾਵ ਹੈ ਜਿੱਥੇ ਇੰਨਾ ਜ਼ਿਆਦਾ ਲੋਭ ਲਾਲਚ ਆ ਉੱਥੇ ਤੁਸੀਂ ਹੋਰ ਬਲਦੀ ਤੇ ਤੇਲ ਪਾਉਂਦਾ ਹੋ ਤੇ ਫੜ ਕੇ ਬੰਦੇ ਨਗਦ ਨਾਮ ਪਾਓ। ਤਾਂ ਇਹਦੇ ਵਿੱਚ ਕੀ ਹੋਊਗਾ ਕਿ ਇਹ ਨਾਮ ਦੇ ਮਾਰੇ ਜਾਂ ਤਰੱਕੀ ਦੇ ਮਾਰੇ ਜਾਂ ਨੰਬਰ ਬਣਾਉਣ ਦੇ ਮਾਰੇ ਤੇ ਉਦਾਂ ਹੀ ਫੁਕਰੇ ਹੁੰਦੇ ਅੱਧੇ, ਤਾਂ ਉਹ ਹੋਰ ਵੱਧ ਹੋਰ ਜ਼ਿਆਦਾ ਘੋੜਾ ਜਿਹੜਾ ਤਿੱਖਾ ਕਰਕੇ ਚੱਲਣਗੇ। ਸੋ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ। ਜਿਹੜੇ ਉਹਨਾਂ ਦੇ ਪੁਲਿਸ ਅਧਿਕਾਰੀ ਕਹਿੰਦੇ ਆ ਕਿ ਆਹ ਦੇਖੋ ਜੀ ਸਾਡੇ ਵਿੱਚ ਕਾਲੀਆਂ ਭੇਡਾਂ ਸਾਡੇ ਆਪਣੇ ਜਿਹੜੇ ਨਵੇੜਾ ਨਹੀਂ ਕਰਦੇ ਪਏ, ਤਾਂ ਉਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਜੀ ਜੀ ਬਿਲਕੁਲ। ਇਹ ਤਾਂ ਫਿਰ ਲਾਗ ਡਾਟ ਵੀ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਕਢਾਉਣਗੇ। ਬਹੁਤ ਕੁਛ ਉਦੋਂ ਵੀ ਜਿਹੜਾ ਇੱਦਾਂ ਹੈ ਉਹ ਕਰਦੇ ਰਹੇ ਆ ਅਤੇ ਬਹੁਤ ਹੀ ਜਿਹੜੇ ਮੁੰਡੇ ਚੱਕ ਕੇ ਉਦੋਂ ਉਹਨਾਂ ਨੇ ਮਾਰੇ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਵੀ ਆ ਰਹੀਆਂ ਨੇ। ਇਹ ਤਾਂ ਕੰਮ ਜਿਹੜਾ ਖਰਾਬ ਹੋਣ ਦੇ ਵੱਲ ਨੂੰ ਆ ਅਤੇ ਲੋਕਾਂ ਨੂੰ ਸਤਰਕ ਰਹਿਣ ਦੀ ਇਸ ਦੇ ਪ੍ਰਤੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਮਿੰਟੂ ਜੀ ਪੁਲਿਸ ਵਾਲਿਆਂ ਨਾਲ ਹੀ ਸੰਬੰਧਿਤ ਖਬਰ ਆ, ਤਕਰੀਰ ਦੇ ਨਾਲ ਬੜੇ ਮਸ਼ਹੂਰ ਹੋਏ ਸੀ ਪਿਛਲੇ ਦਿਨੀ ਇੱਕ ਪੁਲਿਸ ਅਫਸਰ, ਤੇ ਕਹਿੰਦੇ RTI ਕਾਰਕੁਨ ਨੇ ਹੁਣ ਘੱਲਿਆ ਫਰਲਾ। ਲੱਗ ਜੂ ਪਤਾ ਕਿ ਕਿਸ ਭਾਅ ਪੈਂਦੀ ਯਾਰੀ, ਕਿਉਂਕਿ ਦੇਖੋ ਮਸ਼ਹੂਰ ਹੋ ਗਏ SSP ਸਾਹਿਬ, ਉਹਨਾਂ ਦੀ ਤਕਰੀਰ ਜਿਹੜੀ ਆ ਉਹ ਇਤਿਹਾਸਕ ਹੀ ਬਣ ਗਈ। ਸੋਸ਼ਲ ਮੀਡੀਆ ਤੇ ਸਲੂਟ ਵੱਜੇ, ਬਹੁਤ ਜ਼ਿਆਦਾ ਲੋਕਾਂ ਨੇ ਮਾਣ ਸਨਮਾਨ ਦਿੱਤਾ। ਤੇ ਹੁਣ ਇੱਕ RTI ਐਕਟਿਵਿਸਟ ਹੈਗੇ ਆ ਬੜੇ ਮਸ਼ਹੂਰ ਹੈ, ਪ੍ਰਵਿੰਦਰ ਸਿੰਘ ਕਿਤਨਾ, ਉਹਨਾਂ ਨੇ ਇੱਕ ਪੱਤਰ ਲਿਖਿਆ, ਉਹਨਾਂ ਨੂੰ ਚਿੱਠੀ ਲਿਖੀ ਆ, ਉਹਨਾਂ ਨੇ ਜੋ ਦਰਖਾਸਤ ਕੀਤੀ ਆ, ਉਹਨਾਂ ਨੂੰ ਦਾਦ ਫਰਿਆਦ ਕੀਤੀ ਆ। ਉਹ ਕਹਿੰਦੇ ਕਿ ਸਾਹਿਬ ਦੀ ਗੱਲ ਇਹ ਆ, ਤੁਹਾਡੇ ਧਿਆਨ 'ਚ ਅਸੀਂ ਲਿਆਉਣੀ ਆ ਗੱਲ ਕਿ ਇੱਥੇ ਇੱਕ 8 ਦਸੰਬਰ 2017 ਨੂੰ ਮੁਕੱਦਮਾ ਦਰਜ ਹੋਇਆ ਸੀਗਾ। ਆ ਨਾਲ ਤੁਹਾਨੂੰ ਅਸੀਂ ਉਹਦੀ FIR ਦੀ ਕਾਪੀ ਭੇਜ ਰਹੇ ਹਾਂ ਕਿ ਆਹ ਬੰਦੇ ਆ ਨਾ ਤੇ ਇਹਨਾਂ ਨੇ ਜ਼ਮਾਨਤਾਂ ਕਰਾਈਆਂ ਤੇ ਨਾ ਹੀ ਇਹਨਾਂ ਨੇ ਆਪਣੇ ਆਪ ਨੂੰ ਕਦੇ ਸਰੈਂਡਰ ਕੀਤਾ, ਨਾ ਹੀ ਕੋਰਟ ਨੇ ਕੋਈ ਨਿਬੇੜਾ ਕੀਤਾ। ਤੇ ਤੁਸੀਂ ਕਿਰਪਾ ਕਰੋ ਕਿ ਕਾਫੀ ਦਮਦਾਰ ਤਕਰੀਰ ਤੋਂ ਬਾਅਦ ਹੁਣ ਥੋੜਾ ਜਿਹਾ ਕੰਮ ਕਰੋ, ਇਹਨਾਂ ਬੰਦਿਆਂ ਨੂੰ ਫੜੋ ਜਾਂ ਇਹਨਾਂ ਬੰਦਿਆਂ ਤੇ ਕੋਈ ਕਾਰਵਾਈ ਕਰੋ। ਸੋ ਹੁਣ ਉਹ ਬੰਦੇ ਨਿਮਾਣੇ ਜੇ ਬੰਦੇ ਆ, ਉਹਨਾਂ ਦਾ ਨਾਂ ਜਿਹੜਾ ਉਹ ਇਸ ਪਰਚੇ 'ਚ ਲਿਖਿਆ ਗਿਆ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ ਤੇ ਨੰਜਾ ਹੋਰ ਵਿਅਕਤੀ। ਹੁਣ ਸਾਰਿਆਂ ਨੂੰ ਚੇਤਾ ਆ ਗਿਆ ਹੋਣਾ ਕਿ ਇਹਨਾਂ ਤੇ ਕਿਹੜਾ ਪਰਚਾ ਦਰਜ ਹੋਇਆ ਸੀ। ਸੋ ਇਹਨਾਂ ਤੇ ਪਰਚਾ ਦਰਜ ਹੋਇਆ ਸੀਗਾ IPC ਦੀ ਧਾਰਾ 341, 283, 431, 188, 148, 49 ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8 ਜਿਹੜੀ ਆ ਉਹ ਰੂੰਗੇ ਝੁੰਗੇ 'ਚ ਲੱਗੀ ਸੀ। ਸੋ ਧਾਰਾ ਜਿਹੜੀਆਂ ਉਹ ਦਰਜਨ ਦੇ ਕਰੀਬ ਹੀ ਬਣ ਜਾਂਦੀਆਂ, ਕਾਫੀ ਲੰਮੀ ਚੌੜੀ ਇੱਕ ਫਹਿਰਿਸਤ ਆ। ਤਾਂ ਇਹਨਾਂ ਨੇ ਹੁਣ ਇਸ SSP ਨੂੰ ਚੈਲੰਜ ਹੀ ਕਰ ਦਿੱਤਾ, ਇੱਕ ਤਰ੍ਹਾਂ ਨਾਲ ਚੁਣੌਤੀ ਰੱਖ ਦਿੱਤੀ ਆ ਕਿ ਆਹ ਭਾਈ ਤੁਸੀਂ ਨਵੇੜਾ ਕਰੋ, ਆਹ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆ ਬੰਦੇ ਆ ਜਿਹੜੇ ਲੱਭਦੇ ਹੀ ਨਹੀਂ ਕਿ ਉਹ ਤੇ ਬੰਦੇ ਤੁਰੇ ਹੀ ਫਿਰਦੇ ਆ, ਉਹ ਪੁਲਿਸ ਵਾਲੇ ਨਹੀਂ ਲੱਭਦੇ ਉਹਨਾਂ ਨੂੰ ਫੜਨ ਵਾਸਤੇ। ਸੋ ਹੁਣ ਦੇਖਦੇ ਆ ਕਿ SSP ਸਾਹਿਬ ਜਿਹੜੇ ਆ ਉਹ ਕਹਿਣੀ ਤੇ ਕਰਨੀ ਦੇ ਕਿੰਨੇ ਕੁ ਪੱਕੇ ਆ। ਤੇ ਜੇ ਉਹ ਸਿਰਫ ਤਕਰੀਰਾਂ ਜੋਗੇ ਆ ਤੇ ਤਕਰੀਰਾਂ ਲਈ ਤੇ ਸਾਡੇ ਕੋਲ ਬਹੁਤ ਸਾਰੇ ਨੇਤਾ ਹੈਗੇ ਹੀ ਆ, ਕਮੇਡੀ ਲਈ ਵੀ ਸਾਡੇ ਕੋਲ ਬਹੁਤ ਸਾਰੇ ਨੇਤਾ ਹੈਗੇ ਆ। ਸਾਨੂੰ ਤੇ ਅਮਲ ਵਾਲੇ ਬੰਦੇ ਚਾਹੀਦੇ, ਐਕਸ਼ਨ ਵਾਲੇ ਬੰਦੇ ਚਾਹੀਦੇ ਆ। ਸੋ ਮੇਰੇ ਖਿਆਲ ਦੇ ਨਾਲ RTI ਐਕਟਿਵਿਸਟ ਪਰਮਿੰਦਰ ਸਿੰਘ ਕਿਤਨਾ ਨੇ ਕਾਫੀ ਵੱਡਾ ਇਮਤਿਹਾਨ ਇਹਨਾਂ ਦਾ ਜਿਹੜਾ ਉਹ ਲੈਣਾ ਸਟਾਰਟ ਕਰ ਦਿੱਤਾ। ਸਹੀ ਗੱਲ ਜੀ, ਚਾਹੀਦਾ ਵੀ ਫਿਰ ਪਤਾ ਲੱਗੂਗਾ ਵੀ ਕਿੰਨਾ ਕੁ ਕੋਈ ਬੰਦਾ ਖਰਾ ਹੈਗਾ ਵੀ ਆ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਗਨ ਹਾਊਸ ਦੇ ਵਿੱਚ ਹੋਈ ਆ ਵੱਡੀ ਡਕੈਤੀ। ਦੇਖੋ ਇਹ ਜਿਹੜੀ ਡਕੈਤੀ ਹੋਈ ਆ ਇਹ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀ ਆ। ਸਹੀ ਗੱਲ। ਜਿਹੜੀ ਅੰਮ੍ਰਿਤਸਰ ਦੇ ਜੰਡਿਆਲਾ ਦੇ ਹੋਈ ਆ SP ਗਨ ਹਾਊਸ ਦੇ ਵਿੱਚ, ਇਹਦੇ ਚ 67 ਰਿਵਾਲਵਰ ਤੇ ਪਿਸਟਲ ਜਿਹੜੇ ਆ ਉਹ ਲੈ ਗਏ ਆ। ਹੁਣ 67 ਪਿਸਟਲ ਰਿਵਾਲਵਰ ਜਿਹੜੇ ਆ ਨਾ, ਉਹ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਕਹਾਵਤ ਆ, ਕੋਈ ਗੁੱਸਾ ਨਾ ਕਰ ਜਾਵੇ, ਵੈਸੇ ਕਹਿੰਦੇ ਸੀ ਕਿ ਧੋਬੀ ਦੇ ਘਰ ਢੁੱਕੇ ਚੋਰ, ਧੋਬੀ ਨਾਲ ਲੁੱਟੇ ਗਏ ਹੋਰ ਆ। ਹੁਣ ਇਹਦਾ ਮਤਲਬ ਬੜਾ ਸਾਫ਼ ਆ, ਬੜਾ ਸਰਲ ਆ, ਬੜਾ ਸਾਦਾ ਆ ਕਿ ਧੋਬੀ ਦੇ ਘਰ ਦੇ ਵਿੱਚ ਆਮ ਤੌਰ ਤੇ ਕੱਪੜੇ ਜਿਹੜੇ ਆ ਉਹ ਧੋਬੀ ਦੇ ਨਹੀਂ ਹੁੰਦੇ, ਜ਼ਿਆਦਾਤਰ ਲੀੜਾ ਲੱਤਾ ਜਿਹੜਾ ਉਹ ਲਾਂਭਿਓਂ ਆਇਆ ਹੁੰਦਾ, ਪਾਸਿਓਂ ਆਇਆ ਹੁੰਦਾ, ਯਾਨੀ ਦੂਜੇ ਫਿਰ ਇੱਕ ਤਰ੍ਹਾਂ ਨਾਲ ਲੁੱਟੇ ਜਾਂਦੇ ਆ। ਹੁਣ ਜਿਹੜੇ ਗਨ ਹਾਊਸ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਅਸਲਾ ਉਹ ਪਿਆ ਵਾ ਜਿਹੜਾ ਵੋਟਾਂ ਦੇ ਦੌਰਾਨ ਜਮ੍ਹਾਂ ਕਰਵਾਇਆ ਗਿਆ ਸੀਗਾ। ਤਾਂ ਜ਼ਾਹਰਾ ਜੀ ਗੱਲ ਆ ਕਿ ਇੱਥੋਂ ਵੀ ਜਿਹੜੀ ਡਕੈਤੀ ਹੋਈ ਆ ਉਹ ਦਰਅਸਲ ਉਹਨਾਂ ਹਥਿਆਰਾਂ ਦੀ ਹੋਈ ਆ ਜਿਹੜੇ ਉੱਥੇ ਚੋਣ ਜ਼ਾਬਤੇ ਦੇ ਵਿੱਚ ਜਮ੍ਹਾਂ ਕਰਾਏ ਗਏ ਸੀਗੇ। ਤਾਂ ਇੱਕ ਚੀਜ਼ ਇਹ ਹੋ ਗਈ। ਹੁਣ ਦੂਜੀ ਚੀਜ਼ ਇਹ ਆ ਕਿ 67 ਪਿਸਟਲ ਤੇ ਰਿਵਾਲਵਰ ਜਿਹੜਾ ਦੇਖੋ ਕ੍ਰਾਈਮ ਦੀ ਦੁਨੀਆ ਤੋਂ ਮਾੜਾ ਮੋਟਾ ਵੀ ਵਾਕਫ ਆ
ਉਹ 1 ਮਿੰਟ ਦੇ ਵਿੱਚ ਬਿੰਦੇ ਚੱਟੇ ਹੀ ਉਹ ਸਮਝ ਜਾਊਗਾ ਕਿ ਅਸਲ ਦੇ ਵਿੱਚ ਇਹ ਗਰੋਹਬਾਜ਼ਾਂ ਦਾ ਕੰਮ ਆ। ਸਧਾਰਨ ਚੋਰ ਤੇ ਜਿਹੜਾ ਕਣਕ ਦਾ ਗੱਟਾ ਚੁੱਕਣਾ ਹੋਵੇ 100 ਤਰਕੀਬਾਂ 100 ਤਦਬੀਰਾਂ ਬਣਾਉਂਦਾ, ਐ ਕਰੀਏ ਉਹ ਕਰੀਏ ਫੜੇ ਨਾ ਜਾਈਏ। ਸੋ ਏਡਾ ਵੱਡਾ ਜੇ ਕਿਸੇ ਨੇ ਕਾਂਡ ਅੰਜਾਮ ਦਿੱਤਾ ਤੇ ਗਰੋਹਬਾਜ਼ ਹੀ ਹੋ ਸਕਦੇ। ਮੈਂ ਕਿਉਂ ਕਹਿ ਰਿਹਾ, ਮੇਰੇ ਕੋਲ ਇੱਕ ਉਦਾਹਰਨ ਆ, ਕਿਉਂਕਿ ਅੱਜ ਤੋਂ 10-11 ਸਾਲ ਪਹਿਲਾਂ ਇਸੇ ਤਰ੍ਹਾਂ ਦੀ ਇੱਕ ਬਹੁਤ ਵੱਡੀ ਡਕੈਤੀ ਹੋਈ ਸੀ, ਜਿਹੜੀ ਹੁਣ ਤੱਕ ਹਿਸਟਰੀ 'ਚ ਗਨ ਹਾਊਸ ਦੀ ਸਭ ਤੋਂ ਵੱਡੀ ਡਕੈਤੀ ਸੀ। ਉਹਦੇ 'ਚ 100 ਪਿਸਟਲ ਤੇ ਰਿਵਾਲਵਰ ਚੁੱਕਿਆ ਗਿਆ ਸੀਗਾ, ਔਰ ਉਸ ਤੋਂ ਬਾਅਦ ਸ਼ੇਰਾ ਕੁੱਬਨ, ਜੈਪਾਲ, ਇਹਨਾਂ ਦਾ ਨਾਂ ਚੱਲਣਾ ਸ਼ੁਰੂ ਹੋਇਆ ਸੀ ਇਸ ਡਕੈਤੀ ਤੋਂ ਬਾਅਦ। ਔਰ ਇੱਥੋਂ ਹੀ ਬਾਅਦ ਅਸਲਾ ਜਿਹੜਾ ਉਹ ਗਰੋਹਾਂ ਦੇ ਵਿੱਚ ਸਪਰੈਡ ਹੋਇਆ। ਉਸ ਤੋਂ ਬਾਅਦ ਹੀ ਫਿਰ ਹਾਈਵੇ ਰੌਬਰੀ, ਗੈਂਗ ਵਾਰ, ਇਨਕਾਊਂਟਰ, ਇਹ ਸਾਰੀਆਂ ਚੀਜ਼ਾਂ ਪੰਜਾਬ 'ਚ ਆਮ ਹੋਈਆਂ ਸੀ। ਸੋ ਸਿੱਧੇ ਤੌਰ ਤੇ ਕਹਾਣੀ ਤੇ ਇਹੋ ਹੀ ਜਾਪਦੀ ਆ, ਮੁੱਢਲੀ ਥਿਊਰੀ ਵੀ ਇਹੋ ਹੀ ਜਾਪਦੀ ਆ ਕਿ ਗਰੋਹਬਾਜ਼ਾਂ ਦਾ ਕੰਮ ਆ। ਤੇ ਜੇ ਮੰਨ ਲਓ ਇਹਦੇ ਵਿੱਚ ਕੋਈ ਵਾਸਤਵਿਕਤਾ ਹੈ, ਕੋਈ ਸੱਚਾਈ ਹੈ ਥਿਊਰੀ ਦੇ ਵਿੱਚ, ਇਹਨਾਂ ਨੂੰ ਪੈੜ ਜਲਦੀ ਤੋਂ ਜਲਦੀ ਨੱਪ ਲੈਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਹਥਿਆਰਾਂ ਨੂੰ ਕੋਈ ਤੇ ਹੈ ਨਹੀਂਗਾ ਕਿ ਉੱਥੇ ਸ਼ੋ ਪੀਸ ਦੇ ਵਿੱਚ ਸਜਾ ਕੇ ਰੱਖਣਾ। ਉਹਨਾਂ ਨੇ ਤੇ ਇਹਨਾਂ ਨੂੰ ਵਰਤਣਾ, ਜਦੋਂ ਵਰਤਿਆ ਜਾਊਗਾ ਉਹ ਵਰਤਿਆ ਤਾਂ ਫਿਰ ਜਾਨ ਮਾਲ ਤੇ ਹੀ ਜਾਣਾ। ਉਸ ਤੋਂ ਪਹਿਲਾਂ ਕਿ ਨੁਕਸਾਨ ਹੋਵੇ ਕੋਈ, ਇਹਨਾਂ ਨੂੰ ਇਹ ਪੈੜ ਨੱਪ ਲੈਣੀ ਚਾਹੀਦੀ ਆ। ਪਰ ਜੋ ਵੀ ਹੈ, ਇਹ ਮੇਰੇ ਖਿਆਲ ਦੇ ਨਾਲ ਦੂਜੀ ਵੱਡੀ ਡਕੈਤੀ ਹੈ ਗਨ ਹਾਊਸਾਂ ਦੇ ਵਿੱਚ, ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਹੁਸ਼ਿਆਰਪੁਰ ਦੇ ਵਿੱਚ ਹੋਈ ਸੀ ਇਸ ਤੋਂ ਪਹਿਲਾਂ, ਦੂਸਰੀ ਇੱਥੇ ਹੋਈ। ਜੀ ਜੀ ਬਿਲਕੁਲ, ਇਹ ਵਾਕਿਆ ਹੀ ਚਿੰਤਾ ਦਾ ਹੀ ਵਿਸ਼ਾ ਹੈਗਾ ਵੀ, ਕਿਉਂਕਿ ਬਾਅਦ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਐਕਚੁਅਲ ਗੈਂਗਸਟਰ ਵਰਤਣਾ ਕਿ ਇਹ ਵੀ ਬੜਾ ਹੁੰਦਾ ਨਾ ਵੀ ਬੜੇ ਜਿਹੜੇ ਲੀਡਰਾਂ ਦੇ ਨਾਲ ਹੀ ਬੜੇ ਜੁੜੇ ਹੁੰਦੇ ਵੀ ਕਿਤੇ ਆਪਣੇ ਕੰਮ ਹੀ ਨਾ ਇਹਨਾਂ ਦੇ ਥਰੂ ਕਰਵਾਈ ਜਾਣ। ਸੋ ਕੁਛ ਵੀ ਜਿਹੜਾ ਇੱਥੇ ਹੋ ਸਕਦਾ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੂਬੇ ਅੰਦਰ ਹੋ ਰਹੀ ਆ ਪੈਟਰੋਲੀਅਮ ਪਦਾਰਥਾਂ ਦੀ ਭਾਲ, ਪਾਣੀ ਤਾਂ ਲੱਭਦਾ ਨਹੀਂ, ਇਹਨਾਂ ਨੇ ਤੇਲ ਕਿੱਥੋਂ ਲੱਭਣਾ? ਗੱਲ ਸਹੀ ਆ। ਅਖਬਾਰ ਦੇ ਵਿੱਚ ਮੈਂ ਵੀ ਖਬਰ ਪੜ੍ਹੀ, ਉਹ ਕਹਿੰਦੇ ਕਿ 80 ਫੀਟ ਤੇ ਜੀ ਤੇਲ ਭਾਲਿਆ ਜਾ ਰਿਹਾ। ਮੈਂ ਕਿਹਾ ਇਹਨਾਂ ਨੇ 800 ਫੀਟ ਤੱਕ ਪਾਣੀ ਨਹੀਂ ਛੱਡਿਆ, ਤੁਸੀਂ 80 ਫੀਟ ਤੇ ਇਹਨਾਂ ਕੋਲ ਤੇਲ ਭਾਲਦੇ ਹੋ। ਸੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਨਾ ਇਹ ਪਿਛਲੇ ਸਾਲ ਵੀ ਆਏ ਸੀਗੇ, ਇਹਨਾਂ ਨੇ ਰਾਜਪੁਰੇ ਦੇ ਲਾਗੇ ਖੁਦਾਈ ਕੀਤੀ ਸੀਗੀ, ਤਾਂ ਉੱਥੇ ਕੁਛ ਨਹੀਂ ਮਿਲਿਆ। ਤਾਂ ਉਦੋਂ ਥੋੜੀ ਜਿਹੀ ਮੈਂ ਜਾਣਕਾਰੀ ਹਾਸਲ ਕੀਤੀ, ਦੱਸਦੇ ਸੀਗੇ ਕਿ ਸੈਟਲਾਈਟ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਵਗੈਰਾ ਮਿਲੀਆਂ ਨੇ, ਕੁਝ ਇਸ ਤਰ੍ਹਾਂ ਦੇ ਹਵਾਲੇ ਮਿਲੇ ਆ ਕਿ ਪਾਣੀਪਤ ਤੋਂ ਲੈ ਕੇ ਪੰਜਾਬ ਤੱਕ ਇਸ ਤਰ੍ਹਾਂ ਦੇ ਪੈਟਰੋਲੀਅਮ ਭੰਡਾਰ ਜਿਹੜੇ ਉਹ ਧਰਤੀ ਦੇ ਹੇਠਾਂ ਹੋ ਸਕਦੇ ਆ। ਤਾਂ ਉਹਦੀ ਖੋਜਬੀਨ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਮਾਛੀਵਾੜੇ ਦੇ ਇਲਾਕੇ ਦੇ ਵਿੱਚ ਹੁਣ ਇਹ ਜੰਗੀ ਪੱਧਰ ਤੇ ਕੰਮ ਚਲਾਇਆ ਇਹਨਾਂ ਨੇ। ਯਾਨੀ ਮੈਂ ਜਿੱਦਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਰਾਜਪੁਰਾ ਇਲਾਕੇ ਦੇ ਵਿੱਚ ਇਹਨਾਂ ਨੇ ਖੁਦਾਈ ਕੀਤੀ ਸੀਗੀ, ਤਾਂ ਹੁਣ ONGC ਦੀ ਦੇਖ ਰੇਖ ਹੇਠ ਇੱਥੇ ਖੁਦਾਈ ਚੱਲਦੀ ਪਈ ਹੈ। ਸੋ ਦੇਖੋ ਕੋਈ ਮਿਲ ਜਾਵੇ ਤੇਲ ਵੇਲ ਤੇ ਚੰਗੀ ਆ, ਕਿਉਂਕਿ ਗੱਲ ਤੇ ਇਹ ਆ ਨਾ ਕਿ ਇੰਡੀਆ ਦੇ ਵਿੱਚ ਇਸ ਟਾਈਮ ਜਿਸ ਤਰੀਕੇ ਨਾਲ ਵਹੀਕਲ ਵਧਦੇ ਪਏ ਆ, ਜਿਸ ਤਰੀਕੇ ਦੇ ਨਾਲ ਲੋੜਾਂ ਵਧਦੀਆਂ ਪਈਆਂ, ਤਾਂ ਫਿਊਲ ਐਨਰਜੀ ਦਾ ਤਾਂ ਕੋਈ ਨਾ ਕੋਈ ਤੁਹਾਨੂੰ ਸਬਸਟੀਟਿਊਟ ਲੱਭਣਾ ਹੀ ਪਊਗਾ। ਕਿਉਂਕਿ ਹੁਣ ਜੇ ਆਪਾਂ ਦੇਖਦੇ ਹਾਂ ਭਵਿੱਖਬਾਣੀ, ਤੁਸੀਂ ਮੇਰੇ ਤੋਂ ਬਿਹਤਰ ਕੌਮਾਂਤਰੀ ਮਾਮਲਿਆਂ ਤੇ ਨਜ਼ਰ ਰੱਖਦੇ ਹੋ ਕਿ ਜਿਹੜਾ ਅਰਬ ਵਾਲਾ ਤੇਲ ਭੰਡਾਰ ਆ, ਇਹ ਤੇ ਦੱਸਦੇ ਆ ਕਿ 2050 ਤੱਕ ਜਿਹੜਾ ਇਹਦਾ ਭੋਗ ਪੈ ਜਾਣਾ। ਉਸ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਇਸ ਚੀਜ਼ ਨੂੰ ਵੇਖ ਕੇ ਉਹ ਇਲੈਕਟ੍ਰੋਨਿਕ ਵਾਹਨ ਜਾਂ ਇਸ ਤਰ੍ਹਾਂ ਦੇ ਜਿਹੜੇ ਕੋਈ ਅਲਟਰਨੇਟਿਵ ਹੈ ਉਹਨਾਂ ਨੇ ਖੋਜਣੇ ਸ਼ੁਰੂ ਕਰ ਦਿੱਤੇ ਆ। ਤਾਂ ਇੰਡੀਆ ਕਿਉਂਕਿ ਸਾਰੀ ਇਹਨਾਂ ਦੀ ਨਿਰਭਰਤਾ ਜਿਹੜੀ ਆ ਉਹ ਬਾਹਰਲੇ ਮੁਲਕਾਂ ਤੇ, ਇਹਨਾਂ ਨੂੰ ਵੀ ਇਸ ਤਰ੍ਹਾਂ ਦੇ ਬਦਲ ਜਿਹੜੇ ਉਹ ਪਹਿਲਾਂ ਤਲਾਸ਼ ਲੈਣੇ ਚਾਹੀਦੇ। ਇਕੱਲੀ ਤੇਲ ਦੀ ਤਲਾਸ਼ ਨਹੀਂ ਕਰਨੀ ਚਾਹੀਦੀ, ਉਹ ਤੇ ਜਾਰੀ ਰਹਿਣੇ ਚਾਹੀਦੇ ਆ। ਕੁਦਰਤੀ ਸੋਮੇ ਜੋ ਵੀ ਮਿਲਦੇ ਆ ਉਹ ਤੇ ਜਾਰੀ ਰੱਖਣੀ ਚਾਹੀਦੀ ਆ ਕੋਸ਼ਿਸ਼। ਪਰ ਸਭ ਤੋਂ ਜ਼ਰੂਰੀ ਆ ਕਿ ਤੁਸੀਂ ਉਹਦੇ ਬਦਲ ਵੀ ਨਾਲ ਨਾਲ ਤਲਾਸ਼ੀ ਚੱਲੋ, ਤਾਂ ਕਿ ਤੁਸੀਂ ਬਾਅਦ ਚ ਔਖੇ ਨਾ ਹੋਵੋ। ਬਾਕੀ ਤੇਲ ਮਿਲ ਜਾਵੇ ਤਾਂ ਬਿਹਤਰ ਆ। ਔਰ ਮੈਂ ਤੇ ਹਾਈਪੋਥੈਟਿਕਲੀ ਇਹ ਸੋਚਿਆ ਵੀ ਸੀਗਾ ਕਿ ਜੇ ਮੰਨ ਲਓ ਤੇਲ ਮਿਲ ਜਾਂਦਾ ਤੇ ਕੰਟਰੋਲ ਸਾਰਾ ਕਹਿੰਦੇ ਪੰਜਾਬੀਆਂ ਨੂੰ ਸ਼ੇਖਾਂ ਵਾਂਗੂ ਕਿ ਤੁਸੀਂ ਲਓ ਨਜ਼ਾਰੇ, ਤੇ ਫਿਰ ਉਦੋਂ ਬਾਅਦ ਸਾਡੀ ਤਸਵੀਰ ਕੀ ਹੋਊਗੀ। ਉਹ ਤਸਵੀਰ ਜੇ ਕਿਸੇ ਨੇ ਵੇਖਣੀ ਹੈ ਤਾਂ ਮੇਰੇ ਫੇਸਬੁੱਕ ਪੇਜ ਤੇ ਉਹ ਮੈਂ ਪਾਈ ਆ ਕਿ ਕਿਸ ਤਰੀਕੇ ਨਾਲ ਫਿਰ ਸਾਡੇ ਪੰਜਾਬ ਦਾ ਨਜ਼ਾਰਾ ਹੋਊਗਾ। ਤੇ ਟੋਚਨ ਜਿਹੜੇ ਆ ਸਾਡੇ ਟਰੈਕਟਰਾਂ ਨੂੰ ਉਹ ਸੋਨੇ ਦੇ ਪਿਆ ਕਰਨਗੇ, ਉਹ ਸੰਗਲ ਸੋਨੇ ਦੇ ਹੋਇਆ ਕਰਨਗੇ। ਤਾਂ ਜਿਹੜੇ ਮੋਟੀ ਸ਼ਕਲ ਵਾਲੇ ਆ ਫੀਮ ਚ ਉਹ ਹੀਰੇ ਜਿਹੜੀ ਡੱਬੀ ਰੱਖਿਆ ਕਰਨਗੇ। ਮੁੰਡੇ ਕੁੜੀ ਦੇ ਵਿਆਹ ਚ ਹੋ ਸਕਦਾ ਸਪੇਨ ਤੋਂ ਦਾਰੂ ਮੰਗਾਇਆ ਕਰਨਾ, ਪੱਠੇ ਲੈਣ ਇਹਨਾਂ ਦੇ ਮੁੰਡੇ ਫਿਰ ਮਾਰਵਾੜੀ ਘੋੜੇ ਜੋੜ ਕੇ ਬੱਗੀ ਤੇ ਜਾਇਆ ਕਰਨਗੇ, ਕਿਆ ਉਹ ਪੱਠੇ ਲੈਣ ਚੱਲਦੇ ਆ। ਗੇੜੀ ਰੂਟ ਤੇ ਮੁੰਡੇ ਜਾ ਕੇ ਜਹਾਜ਼ ਲਾ ਕੇ ਉਤਰਿਆ ਕਰਨਗੇ, ਮੇਮਾ ਰਸੋਈ ਚ ਕੰਮ ਕਰਿਆ ਕਰਨਗੇ, ਦੋਲੇ ਪੱਠੇ ਕੁਤਰਿਆ ਕਰਨਗੇ। ਤਾਸ਼ ਵੀ ਜਿਹੜੀ ਆ ਤਾਸ਼ ਵਾਲੇ ਉਹ ਜਾਪਾਨ ਚੋਂ ਮੰਗਾਇਆ ਕਰਨਗੇ, ਉੱਥੋਂ ਲਿਆਉਣੀ ਆ। ਤੋ ਇਹੋ ਜਿਹਾ ਹਾਲ ਹੋ ਸਕਦਾ। ਪਰ ਇਹ ਸਿਰਫ ਮਜ਼ਾਹੀਆ ਗੱਲਾਂ ਨੇ, ਮਜ਼ਾਕੀਆ ਗੱਲਾਂ ਨੇ।
ਅਸਲ ਦੇ ਵਿੱਚ ਬਹੁਤ ਘੱਟ ਸੰਭਾਵਨਾ ਪੰਜਾਬ ਦੇ ਵਿੱਚ। ਹਾਂ, ਉਤਲੇ ਪਹਾੜੀ ਏਰੀਏ ਦੇ ਵਿੱਚ ਕੋਈ ਸੰਭਾਵਨਾ ਹੋ ਸਕਦੀ ਹੈ। ਬਾਕੀ ਵੇਖੋ ਕੁਦਰਤ ਆ, ਕੁਦਰਤ ਦੇ ਕਈ ਚਮਤਕਾਰ ਆ, ਪਰ ਜਿਸ ਤਰੀਕੇ ਨਾਲ ਆਪਾਂ ਤੇ ਪੰਜਾਬ ਹੈ ਜਿਹੜਾ ਵਿੰਨ ਛੱਡਿਆ ਬੋਰਾਂ ਦੇ ਨਾਲ, ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਊਗਾ। ਜੀ ਵਾਕਈ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ਦੇ ਵਿੱਚ ਹੁਣ ਇੱਕ ਕੇਂਦਰ ਦਾ ਪੱਤਰ ਸਾਹਮਣੇ ਆਇਆ ਹੈ। ਦੇਖੋ, ਇਹ ਪੁਰਾਣਾ ਪੱਤਰ ਆ, 2017 ਦਾ ਆ, ਔਰ ਇਹ ਨਸ਼ਰ ਕੀਤਾ ਅੱਜ ਸਪੋਕਸਮੈਨ ਨੇ ਡਾਕਟਰ ਧਰਮਵੀਰ ਗਾਂਧੀ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਕਿ ਡਿਫੈਂਸ ਮਿਨਿਸਟਰੀ ਤੋਂ ਮੈਨੂੰ ਖੁਦ ਜਵਾਬ ਮਿਲਿਆ। ਮੈਂ ਇੱਕ ਵਾਰੀ ਲੋਕ ਸਭਾ ਦੇ ਵਿੱਚ ਵੀ ਇਸ ਮਾਮਲੇ ਦੇ ਤਹਿਤ ਸਵਾਲ ਚੁੱਕਿਆ ਸੀ, ਉਸ ਤੋਂ ਬਾਅਦ ਫਿਰ ਮੈਨੂੰ ਜਵਾਬ ਮਿਲਿਆ ਜੋ ਰੱਖਿਆ ਮੰਤਰਾਲੇ ਵੱਲੋਂ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਕੋਲ ਕੋਈ ਹੱਥ ਲਿਖਤ ਜਾਂ ਹੋਰ ਵਸਤੂ ਨਹੀਂ ਹੈ। ਤਾਂ ਉਹਨਾਂ ਨੇ ਬਕਾਇਦਾ ਧਿਰਾਂ ਲਿਖੀਆਂ, ਜਿੱਦਾਂ ਮੋਹਨ ਸਿੰਘ ਕਿਊਰੇਟਰ ਮਿਊਜ਼ੀਅਮ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਸਰਕਾਰੀ ਖਜ਼ਾਨਾ ਅੰਮ੍ਰਿਤਸਰ ਤੇ CBI। ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਸਭ ਕੁਝ ਸੌਂਪ ਚੁੱਕੇ ਹਾਂ। ਜਦੋਂ ਸਾਰਾ ਕੁਝ ਸੌਂਪਿਆ ਜਾ ਚੁੱਕਿਆ ਤਾਂ ਫਿਰ ਕੀ ਭਾਲਦੇ ਆ? ਕੇਂਦਰ ਤਾਂ ਜਵਾਬ ਦੇ ਚੁੱਕਾ ਤੇ ਪ੍ਰਧਾਨ ਸਾਹਿਬ ਜਿਹੜੇ ਅਕਾਲੀ ਦਲ ਵਾਲੇ ਉਹ ਕੀ ਲੈਣ ਜਾ ਰਹੇ ਕੇਂਦਰ ਕੋਲ, ਮੈਨੂੰ ਸਮਝ ਨਹੀਂ ਆਉਂਦੀ। ਔਰ ਦੂਜੀ ਗੱਲ ਇਹ ਆ ਕਿ ਜੇ ਸਾਰੀਆਂ ਚੀਜ਼ਾਂ ਵਾਪਸ ਆਈਆਂ ਜਿਵੇਂ ਅੱਜ ਮੰਨੀ ਜਾਂਦੇ ਆ, ਇਹਨਾਂ ਨੇ ਅੱਜ ਤੱਕ ਕਿਉਂ ਨਹੀਂ ਇਹ ਚੀਜ਼ ਜਿਹੜੀ ਸੰਗਤ ਦੇ ਵਿੱਚ ਦੱਸੀ? ਇਹ ਵੀ ਬਹੁਤ ਵੱਡਾ ਸਵਾਲ ਆ। ਸੋ ਹੁਣ ਦੇਖਦੇ ਆ, ਇਹ ਮੰਗ ਰੱਖੀ ਬੈਠੇ ਆ ਕੇਂਦਰ ਤੋਂ, ਤੇ ਕੇਂਦਰ ਵਾਲੇ 2017 ਚ ਹੀ ਨਿਬੇੜਾ ਕਰੀ ਬੈਠੇ ਕਿ ਸਾਡੇ ਕੋਲ ਚੀਜ਼ ਹੀ ਕੋਈ ਨਹੀਂ। ਹੁਣ ਕੌਣ ਸੱਚਾ ਕੌਣ ਝੂਠਾ, ਕੌਣ ਕੀ ਕਰਦਾ ਪਿਆ, ਇਹਦੇ ਚੋਂ ਨਿਸਤਾਰਾ ਕਰਨਾ ਬਹੁਤ ਔਖਾ। ਪਰ ਸਬ ਕਮੇਟੀ ਬਣੀ ਆ, ਸਾਰਿਆਂ ਦੀ ਟੇਕ ਉਸੇ ਤੇ ਹੀ ਆ। ਪਰ ਜਦੋਂ ਸਬ ਕਮੇਟੀ ਦੀ ਪਰਿਭਾਸ਼ਾ ਕਿਸੇ ਤੋਂ ਪੁੱਛਦੇ ਆ, ਉਹ ਕਹਿੰਦੇ ਸਬ ਕਮੇਟੀ ਦਾ ਮਤਲਬ ਹੈ ਭਾਈ ਸਾਹਿਬ ਸਭ ਕੰਮ ਮਿੱਟੀ, ਉਦੋਂ ਚੁੱਪ ਕਰ ਚਾਹੀਦਾ। ਜੀ ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਇਹ ਵੀ ਪਤਾ ਲੱਗ ਰਿਹਾ ਕਿ ਵੀ ਕਹਿੰਦੇ ਮਮਤਾ ਹੋਣਾ ਨੇ ਜਿਹੜੀ ਸਰਬ ਪਾਰਟੀ ਮੀਟਿੰਗ ਆ ਉਸ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਹੈ, ਵੀ ਉਹ ਨਹੀਂ ਜਾਣਗੇ। ਕਿੱਥੇ ਸਰਬ ਪਾਰਟੀ ਮੀਟਿੰਗ ਜਿਹੜੀ ਸੱਦੀ ਗਈ ਆ ਜਿਹੜੇ ਪ੍ਰਧਾਨ ਮੰਤਰੀ ਦੇ ਦੁਆਰਾ? ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਜਿਹੜਾ ਇਲੈਕਸ਼ਨ ਬੋਲਦੇ ਆ ਸਾਈਮਲਟੇਨੀਅਸ, ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਇਲੈਕਸ਼ਨ ਆ। ਮੈਂ ਜਾਨੀ ਪੰਜਾਬੀ ਚ ਕਹਿ ਦੇਵਾਂ, ਉਹ ਸ਼ਾਇਦ ਇਹਨਾਂ ਨੇ ਨਿਸ਼ਾਨਾ ਮਿੱਥਿਆ ਹੋਇਆ ਕਿ ਇੱਕ ਦੇਸ਼ ਇੱਕ ਚੋਣ, ਕਹਿੰਦਾ ਭਾਵ ਹੈ ਕਿ ਇੱਕੋ ਵੇਲੇ ਚੋਣਾਂ ਜਿਹੜੀਆਂ ਨਿਬੇੜ ਲਈਆਂ ਜਾਣ। ਸ਼ਾਇਦ ਉਸ ਮਾਮਲੇ ਚ, ਕਿਉਂਕਿ ਮੈਨੂੰ ਪੂਰੀ ਜਾਣਕਾਰੀ ਹਾਂਜੀ ਉਸੇ ਮਾਮਲੇ ਚ ਸੀਗੀ ਡਿਸਕਸ਼ਨ ਜੀ। ਹਾਂਜੀ, ਤਾਂ ਉਹ ਜਿਹੜਾ ਇਕੱਠਾ ਇਲੈਕਸ਼ਨ ਕਰਵਾਉਣ ਦਾ ਇਹਨਾਂ ਦਾ ਇੱਕ ਸੁਪਨਾ ਹੈ। ਪ੍ਰਧਾਨ ਮੰਤਰੀ ਪਿਛਲੀ ਦਫਾ ਵੀ ਕੋਸ਼ਿਸ਼ ਕਰ ਚੁੱਕੇ ਆ, ਤਾਂ ਐਤਕੀ ਇਹਨਾਂ ਨੇ ਫਿਰ ਇਹ ਯਤਨ ਕੀਤਾ ਕਿ ਇਹ ਇਲੈਕਸ਼ਨ ਜਿਹੜੇ ਉਹ ਇਕੱਠਿਆਂ ਕਰ ਦਿੱਤੇ ਜਾਣ। ਤਾਂ ਮਮਤਾ ਬੈਨਰਜੀ, ਤੁਹਾਨੂੰ ਪਤਾ ਹੀ ਆ, ਮਮਤਾ ਬੈਨਰਜੀ ਨਹੀਂ ਜਾਊਗੀ। ਵੈਸੇ ਮੈਂ ਸਮਝਦਾ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਬਿਮਾਰੀ ਦਾ ਬਹਾਨਾ ਲਾ ਕੇ ਨੀਤੀ ਆਯੋਗ ਦੀ ਮੀਟਿੰਗ 'ਚ ਨਹੀਂ ਗਿਆ। ਪੰਜਾਬ ਉੱਥੇ ਏਜੰਡਾ ਹੀ ਨਹੀਂ ਪੇਸ਼ ਕਰ ਸਕਿਆ। ਇੱਕ ਪਾਸੇ ਲਵ ਲੈਟਰ ਲਿਖੀ ਜਾਂਦੇ, ਸਾਨੂੰ ਪੈਕੇਜ ਦਿਓ, ਮਰ ਗਏ ਅਸੀਂ ਆਰਥਿਕ ਤੌਰ ਤੇ। ਦੂਸਰੇ ਪਾਸੇ ਜਿੱਥੇ ਏਜੰਡਾ ਨਿਸ਼ਚਿਤ ਹੋਣਾ ਜਾ ਕੇ, ਉੱਥੇ ਤੁਸੀਂ ਆਪਣਾ ਪੱਖ ਹੀ ਨਹੀਂ ਰੱਖ ਰਹੇ, ਕੀ ਕਰੋਗੇ ਤੁਸੀਂ? ਸੋ ਫਿਰ ਇਹਨਾਂ ਨੇ ਉਹ ਡਿਊਟੀ ਲਾਈ ਹੈ ਮੇਰੇ ਖਿਆਲ ਦੇ ਨਾਲ। ਇਹਨਾਂ ਦੇ ਸਕੱਤਰ ਗਏ, ਉੱਥੇ ਜਾ ਕੇ ਇਹਨਾਂ ਨੇ ਆਪਣੀ ਪੇਸ਼ਕਾਰੀ ਕੀਤੀ ਆ, ਪਰ ਇਹਨਾਂ ਦਾ ਜ਼ਿਆਦਾ ਬਣਦਾ ਨਹੀਂ ਗਏ, ਆਪਣੇ ਅੰਦਰੂਨੀ ਕੇਸ ਕਰਕੇ ਨਹੀਂ ਗਏ, ਪਰ ਬਿਮਾਰੀ ਦਾ ਲੋਕ ਕਹਿੰਦੇ ਕਿ ਨਾਲ ਆ ਦਿੱਤਾ। ਹੁਣ ਦੂਜੀ ਚੀਜ਼ ਇਹ ਹੈ, ਮਮਤਾ ਬੈਨਰਜੀ ਨਹੀਂ ਆਈ। ਮਮਤਾ ਬੈਨਰਜੀ ਫੇਰ ਕਹਿੰਦੀ ਹੈ ਨਹੀਂ, ਹੁਣ ਇਹ ਅੜੀਅਲ ਰਵੱਈਆ ਨਹੀਂ ਹੋਣਾ ਚਾਹੀਦਾ। ਤੁਸੀਂ ਜਾਓ, ਤੁਸੀਂ ਉੱਥੇ ਜਾ ਕੇ ਆਪਣਾ ਪੱਖ ਰੱਖੋ, ਅਸੈਂਬਲੀ ਪੱਖ ਰੱਖੋ। ਮੇਰੇ ਗੱਲ ਦੇ ਨਾਲ ਇੱਥੇ ਅਕਾਲੀਆਂ ਨੂੰ ਵੀ ਜਾਣਾ ਚਾਹੀਦਾ, ਕਾਂਗਰਸੀਆਂ ਨੂੰ ਜਾਣਾ ਚਾਹੀਦਾ, ਆਪਣਾ ਪੱਖ ਰੱਖਣ। ਉੱਤੇ ਪੱਖ ਆਪਣਾ ਇਸ ਤਰ੍ਹਾਂ ਰੱਖਣ ਕਿ ਹਾਂ ਭਾਈ, ਜੇ ਤੁਸੀਂ ਮੰਨ ਲਓ ਇੱਕ ਇਲੈਕਸ਼ਨ ਤੇ ਇੱਕ ਰਾਸ਼ਟਰ ਵਾਲਾ ਇਹ ਸਿਧਾਂਤ ਲੈ ਕੇ ਚੱਲਦੇ ਹੋ, ਪਹਿਲਾਂ ਤੇ ਇਹ ਦੱਸੋ ਕਿ ਮੰਨ ਲਓ ਜੇ ਰਾਹ ਦੇ ਵਿੱਚ 5 ਸਾਲਾਂ ਦੇ ਵਿੱਚ ਵਿਧਾਨ ਸਭਾ ਦੀ ਚਾਹੇ ਲੋਕ ਸਭਾ ਦੀ ਜਿਹੜੀ ਵੀ ਮਰਜ਼ੀ ਸਰਕਾਰ ਟੁੱਟ ਗਈ, ਉਹਦੇ ਬਾਰੇ ਕੀ ਫਾਰਮੂਲਾ ਤੁਹਾਡੇ ਕੋਲ? ਮਤਲਬ ਕਿ ਉਹਦਾ ਫਿਰ ਰਾਸ਼ਟਰਪਤੀ ਰਾਜ ਹੀ ਲਾ ਦਿਓਗੇ ਜਾਂ ਗਵਰਨਰ ਰਾਜ ਲਾ ਕੇ ਚਲਾਈ ਚੱਲੋਗੇ? ਦੂਜਾ ਸਵਾਲ ਇਹ ਵੱਡਾ ਬਣਦਾ ਹੈ, ਬੜਾ ਸਵਾਲਾਂ ਦਾ ਸਵਾਲ ਆ ਕਿ ਦੇਖੋ ਜਦੋਂ ਇਸ ਤਰ੍ਹਾਂ ਦਾ ਇਲੈਕਸ਼ਨ ਹੋਏਗਾ, ਮਾਫ ਕਰਨਾ ਮੈਂ ਐਡਾ ਕੋਈ ਮਾਹਰ ਨਹੀਂ ਆ, ਪਰ ਫਿਰ ਵੀ ਮੈਂ ਹੁਣ ਜਿੱਦਾਂ ਤੁਸੀਂ ਗੱਲ ਛੇੜੀ ਆ, ਤੱਕ ਫੱਟ ਮੇਰੇ ਦਿਮਾਗ ਚ ਆਈ ਆ, ਜ਼ਹਿਨ ਚ ਆਈ ਆ ਕਿ ਦੇਖੋ ਜੇ ਇਸ ਤਰ੍ਹਾਂ ਦਾ ਇਲੈਕਸ਼ਨ ਹੋਊਗਾ, ਇਲੈਕਸ਼ਨ ਜਿਹੜਾ ਉਹ ਕੌਮੀ ਪੱਧਰ ਦਾ ਫਿਰ ਕਾਂਗਰਸ ਤੇ ਭਾਜਪਾ ਦਾ ਬਣ ਕੇ ਰਹਿ ਜਾਂਦਾ, ਤੁਹਾਨੂੰ ਪਤਾ ਹੈ ਨਾ। ਤਾਂ ਉਹਦੇ ਚ ਕੀ ਆ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿਹੜੀਆਂ ਖੇਤਰੀ ਪਾਰਟੀਆਂ ਨੇ, ਉਹਨਾਂ ਦੇ ਮੁੱਦੇ ਜਿਹੜੇ ਉਹ ਪਿੱਛੇ ਛੁੱਟ ਜਾਣਗੇ, ਉਹਨਾਂ ਨੂੰ ਨੁਕਸਾਨ ਹੋਊਗਾ। ਜੇ ਮੈਂ ਇਹ ਗੱਲ ਸਮਝ ਸਕਦਾ, ਕੀ ਗੱਲ ਮਮਤਾ ਬੈਨਰਜੀ ਦਾ ਥਿੰਕ ਟੈਂਕ ਨਹੀਂ ਸਮਝ ਸਕਦਾ? ਉਹ ਵੀ ਜਾ ਕੇ ਕਹਿਣ ਕਿ ਹਾਂ ਭਾਈ ਆਹ ਗੱਲ ਆ, ਹਾਂ ਠੀਕ ਆ, ਇਹ ਕੰਮ ਬਹੁਤ ਵਧੀਆ, ਕਿਉਂਕਿ ਬਹੁਤ ਸਾਰੀ ਮੈਨ ਪਾਵਰ ਵੱਧ ਜਾਂਦੀ ਆ, ਕੋਡ ਆਫ ਕੰਡਕਟ ਲੱਗਾ ਰਹਿੰਦਾ, 5 ਸਾਲ ਇਲੈਕਸ਼ਨ ਹੀ ਚੱਲੀ ਜਾਂਦੇ ਆ, ਉਹਨਾਂ ਦੇ ਨਾਲ ਉਹ ਇਹੋ ਆ ਕਿ ਇੱਕੋ ਵਾਰੀ ਨਿਬੇੜ ਲਓ। ਪਰ ਜੇ ਨਹੀਂ, ਇਹ 2 ਵਾਰੀ ਵੀ ਨਿਬੇੜਿਆ ਜਾ ਸਕਦਾ। ਮਤਲਬ
ਇੱਕ ਵਾਰੀ ਹੋ ਜਾਣ ਲੋਕ ਸਭਾ ਦੇ ਇਲੈਕਸ਼ਨ ਤੇ ਇੱਕ ਵਾਰੀ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਚੁਣੀਆਂ ਜਾਣ। ਏਦਾਂ ਵੀ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਨੀ ਚਾਹੀਦੀ ਹੈ। ਨਹੀਂ ਜਾਊਂ ਮੈਂ ਨਹੀਂ ਜਾਊਂ, ਇਹਦੇ ਚ ਮੇਰੇ ਖਿਆਲ ਦੇ ਨਾਲ ਪੁਲਿਸ ਦੀ ਨਿਕਲਣਾ ਨੁਕਸਾਨ ਪਹੁੰਚੋ ਕੇ ਇਹਨਾਂ ਦਾ ਹੀ ਆ। ਜੀ ਬਿਲਕੁਲ। ਅਮਰੀਕਾ ਦੇ ਵਿੱਚ ਵੀ ਸਾਰੀਆਂ ਜਿਹੜੀਆਂ ਇਕੱਠੀਆਂ ਨਹੀਂ ਹੁੰਦੀਆਂ ਇਲੈਕਸ਼ਨ, ਹਰ ਸਾਲ ਹੀ ਕੋਈ ਨਾ ਕੋਈ ਇਲੈਕਸ਼ਨ ਜਿਹੜੀ ਇੱਥੇ ਵੀ ਜਿਹੜੀ ਤੁਰੀ ਰਹਿੰਦੀ ਹੈ, ਜਾਂ ਹਰ 2 ਸਾਲ ਬਾਅਦ ਕੁਛ ਨਾ ਕੁਛ ਹੁੰਦਾ ਰਹਿੰਦਾ। ਕਰਨੀ ਆ ਤਾਂ ਤੁਸੀਂ ਉੱਥੇ ਜਾ ਕੇ ਇਤਰਾਜ਼ ਆਪਣਾ ਦਰਜ ਕਰਾਓ ਨਾ ਕਿ ਆਹ ਭਾਈ ਨਹੀਂ ਏਦਾਂ ਹੋ ਸਕਦਾ, ਤੁਸੀਂ ਏਦਾਂ ਕਰੋ ਕਿ ਵਿਧਾਨ ਸਭਾ ਦੀਆਂ ਅੱਡ ਕਰਾ ਦਿਓ। ਜੇ ਤੁਸੀਂ ਕਰਨਾ ਹੀ ਆ ਬਚਾਉਣਾ ਹੀ ਆ, ਲੋਕ ਸਭਾ ਦੀਆਂ ਅੱਡ ਕਰਾ ਦਿਓ। ਤੁਸੀਂ ਇਹ ਕਹੋ ਕਿ ਹਾਂ ਭਾਈ ਕੀ ਗਰੰਟੀ ਹੈ ਕਿ ਰੀਜਨਲ ਪਾਰਟੀਆਂ ਰਗੜੀਆਂ ਨਹੀਂ ਜਾਣਗੀਆਂ, ਕਿਉਂਕਿ ਮੁਕਾਬਲਾ ਤੁਹਾਡਾ ਦੋਵਾਂ ਦਾ ਹੋਣਾ। ਤੁਹਾਡੀ ਦੋਵਾਂ ਦੀ ਹਵਾ ਹੋਊਗੀ, ਉੱਥੇ ਕਿਸੇ ਨੇ ਪੁੱਛਣਾ ਹੀ ਨਹੀਂ ਸਾਨੂੰ। ਸੋ ਇਹ ਚੀਜ਼ਾਂ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ। ਹੁਣ ਮਮਤਾ ਬੈਨਰਜੀ ਨੇ ਪਹਿਲੇ ਡਾਕਟਰਾਂ ਵਾਲੇ ਮਾਮਲੇ 'ਚ ਕਿੱਡਾ ਬਖੇੜਾ ਖੜਾ ਕਰ ਦਿੱਤਾ, ਕਿੰਨਾ ਨੁਕਸਾਨ ਹੋਇਆ, ਬਾਅਦ ਦੇ ਵਿੱਚ ਉਹੀ ਮੁੜ ਕੇ ਝੁਕਣਾ ਵੀ ਪਿਆ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ